ਉਹਨੂੰ ਨਹੀਂ ਲਾਗੂ ਹੋ ਰਹੀ, ਉਹਨੂੰ ਕਿਉਂ ਨਹੀਂ ਲਾਗੂ ਹੋ ਰਿਹਾ, ਇਹਦੇ 'ਚ ਬਾਕੀ ਲੋਕ ਖੜਦੇ ਕਿਉਂ ਨਹੀਂ ਭਾਈ, ਇਹ ਤਾਂ ਕੋਈ ਨਹੀਂ ਉਹਨਾਂ ਲਈ ਕਿਉਂ ਨਹੀਂ ਕਰਦਾ ਜਦੋਂ ਉਹ ਅੰਦੋਲਨ ਕਰਦਾ ਉਹਦੇ ਬੱਚਿਆਂ ਲਈ ਕਿਉਂ ਨਹੀਂ ਕਰਦਾ। ਲੋਕ ਪੱਖ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦਬਾਓ। ਲੈ ਕੇ ਵੀ ਜਾਂਦੇ ਨੇ, ਪਿੰਡਾਂ 'ਚ ਲੰਗਰ ਵੀ ਲੈ ਕੇ ਜਾਂਦੇ ਨੇ, ਲੋਕ ਆਪ ਵੀ ਜਾਂਦੇ ਨੇ। ਤੇ ਹੁਣ ਉਸ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਵੀ ਕਦੇ ਗੱਲਬਾਤ ਲਈ ਸੱਦ ਲਿਆ, ਕਦੇ ਨਹੀਂ ਸੱਦਿਆ, ਰੇਲ ਲਾਈਨ ਇੱਕ ਦੂਜੇ ਨਾਲ ਗੱਲਬਾਤ ਕਰਕੇ ਕਿ ਕੀ ਗੱਲਾਂ ਇਹ ਬਹੁਤ ਔਖੀਆਂ ਗੱਲਾਂ ਨਹੀਂ ਹੈ ਕਿ ਸਾਡੇ ਵੱਸ 'ਚ ਨਹੀਂ ਹੈ, ਸਾਨੂੰ ਸਮਝ ਨਹੀਂ ਆਉਣੀ ਜਾਂ ਸਾਡੇ ਨੇੜੇ ਤੇੜੇ ਕੋਈ ਗੱਲ ਕਰੇ ਕੋਈ ਤਾਂ ਬਾਕੀ ਬੰਦਿਆਂ ਦੀ ਗੱਲ ਹੈ, ਇਹੋ ਜਿਹਾ ਕੁਝ ਨਹੀਂ। ਹਰ ਬੰਦੇ ਦੇ ਸਮਝ ਆਏਗੀ। ਹਾਂ ਇਹ ਠੀਕ ਹੈ ਕਿ ਮੁਹਾਵਰਾ ਥੋੜਾ ਜਿਹਾ ਤਬਦੀਲ ਕਰਨਾ ਪਊਗਾ ਲੀਡਰਸ਼ਿਪ ਨੂੰ ਵੀ ਤੇ ਬਾਕੀਆਂ ਨੂੰ ਵੀ। ਜਿਹੋ ਜਿਹਾ ਸਾਹਮਣੇ ਬੈਠੇ ਬੰਦੇ ਨੇ ਉਹ ਕਿੱਥੋਂ ਸ਼ੁਰੂ ਕਰਨ। ਬਹੁਤ ਟੀਚਰ ਜਦੋਂ ਪੜ੍ਹਾਉਂਦੇ ਨੇ, ਟੀਚਰਾਂ ਦਾ ਆਪਣਾ ਤਜਰਬਾ ਹੋਊਗਾ, ਇੱਥੇ ਵੀ ਕਈ ਟੀਚਰ ਹੋਣਗੇ, ਉਹਨਾਂ ਦੀ ਕਲਾਸ 'ਚ ਕਈ ਇਹੋ ਜਿਹੇ ਬੱਚੇ ਵੀ ਆ ਜਾਂਦੇ ਨੇ ਜਿਹੜੇ ਕੋਈ ਗੱਲ ਨਹੀਂ ਸਮਝਦੇ, ਕਈ ਜ਼ਿਆਦਾ ਇੰਟੈਲੀਜੈਂਟ ਕੋਈ ਸਮਝ ਲੈਂਦੇ ਨੇ, ਕਈ ਹੇਠ। ਟੀਚਰ ਨੂੰ ਮੈਨੂੰ ਪਤਾ ਲੱਗ ਜਾਂਦਾ ਕਿ ਮੈਂ ਜਿਹੜਾ ਪਿੱਛੇ ਹੈ, ਜਿਹੜਾ ਸਭ ਤੋਂ ਲਾਸਟ ਆ, ਉਹਨੂੰ ਵੀ ਕਿਵੇਂ ਪਾਸ ਕਰਾਉਣਾ ਹੈ। ਉਹ ਉਹਦੇ ਤੋਂ ਗੱਲ ਸ਼ੁਰੂ ਕਰਦਾ ਹੈ ਜਾਂ ਉਹਨੂੰ ਅਲੱਗ ਗੱਲ ਦੱਸਦਾ ਹੈ ਜਾਂ ਉਹਦੀ ਸੋਚੀ 'ਚ ਉੱਥੋਂ ਸ਼ੁਰੂ ਹੋ ਜੇ ਦੁਬਾਰਾ ਗੱਲ ਪਿਛਲੀ ਕਿਸੇ ਕਲਾਸ 'ਚ ਕਮਜ਼ੋਰ ਰਿਹਾ ਹੁੰਦਾ ਉਹਨੂੰ ਵੀ ਨਾਲ ਤੋੜਦਾ। ਬਹੁਤ ਟੀਚਰਾਂ ਦਾ 100% ਰਿਜ਼ਲਟ ਆਉਂਦਾ, ਇਹ ਨਹੀਂ ਕਿ ਨਕਲ ਮਾਰੀ, ਉਹਨਾਂ ਦਾ ਤਾਂ ਆਉਂਦਾ ਕਿਉਂਕਿ ਉਹ ਇਹ ਵੱਧ ਸਿੱਖ ਲੈਂਦੇ ਨੇ ਕਿ ਮੈਂ ਸਾਰੇ ਬੱਚਿਆਂ ਨੂੰ ਕਿਵੇਂ ਨਾਲ ਤੋੜਨਾ, ਕਿਵੇਂ ਕੈਰੀ ਕਰਨਾ। ਉਹਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆਮ ਨਾਲੋਂ। ਇੱਕ ਟੀਚਰ ਹੁੰਦਾ ਵੀ ਆਇਆ ਆਪਾਂ ਸਿਲੇਬਸ ਕਰਾਤਾ, ਕੋਈ ਪੜ੍ਹੇ ਨਾ ਪੜ੍ਹੇ। ਜਿਹੜਾ ਥੋੜਾ ਸੰਵੇਦਨਸ਼ੀਲ ਟੀਚਰ ਹੁੰਦਾ ਉਹ ਆ ਕੇ ਸਾਰੀਆਂ ਚੀਜ਼ਾਂ ਦੇਖਦਾ ਕਿ ਇਹਨਾਂ ਚੋਂ ਕਿਹੜੇ ਕਿਹੜੇ ਦੇ ਪੱਲੇ ਪਿਆ, ਕਿਉਂ ਨਹੀਂ ਪਿਆ, ਉਹਦੀ ਬੈਕਗਰਾਉਂਡ ਕੀ ਹੈ, ਕਦੇ ਘਰੋਂ ਤਾਂ ਕੋਈ ਸਮੱਸਿਆ ਨਹੀਂ ਹੈ, ਕੋਈ ਹੋਰ ਗੱਲ ਤਾਂ ਨਹੀਂ ਹੈ। ਇਹ ਜਦੋਂ ਜਾਣ ਜਾਂਦਾ ਹੈ ਤਾਂ ਆਟੋਮੈਟਿਕਲੀ ਉਹ ਇੱਥੇ ਜੋਗਾ ਹੋ ਜਾਂਦਾ, ਸਭ ਨੂੰ ਦੱਸਣ ਜੋਗਾ, ਸਭ ਨੂੰ ਨਾਲ ਚਲਾਉਣ ਜੋਗਾ ਹੋ ਜਾਂਦਾ। ਲੀਡਰ 'ਚ ਵੀ ਇਹ ਕੁਆਲਿਟੀ ਹੋਣੀ ਚਾਹੀਦੀ ਹੈ। ਜਿਹੜੇ ਵੀ ਲੀਡਰ ਸਾਡੇ ਜਿੱਥੇ ਬੰਦਿਆਂ ਦੇ ਵੀ ਨੇ ਤੇ ਜਿਹੜੇ ਉਹਨਾਂ ਦੇ ਸਾਹਮਣੇ ਬੰਦੇ ਆਉਂਦੇ ਨੇ ਔਰ ਉਹਨੂੰ ਇਹ ਪਤਾ ਵੀ ਲੱਗ ਜਾਂਦਾ ਕਿ ਉਹਨਾਂ ਨੂੰ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ। ਹੌਲੀ ਹੌਲੀ ਲੀਡਰਾਂ ਦਾ ਤਜਰਬਾ ਇੰਨਾ ਹੋ ਜਾਂਦਾ ਜੇ ਉਹ ਮਤਲਬ ਅੱਖਾਂ ਦਾ, ਚਿਹਰਿਆਂ ਦਾ ਜਿਹੜਾ ਆਪਸ ਦੇ ਵਿੱਚ ਇੱਕ ਤਾਲਮੇਲ ਜਦੋਂ ਬੈਠਦਾ ਹੈ ਆਡੀਅנס ਨਾਲ, ਤਾਂ ਉਹਦੇ 'ਚੋਂ ਪਤਾ ਲੱਗ ਜਾਂਦਾ ਕਿ ਕੀ ਹੋ ਰਿਹਾ। ਉਹ ਗੱਲ ਸਮਝ ਵੀ ਆ ਰਹੀ ਹੈ ਨਹੀਂ, ਜਾਂ ਮਜਬੂਰੀ 'ਚ ਬੈਠਾ ਜਾਂ ਕੀ ਹੈ ਕੀ ਨਹੀਂ। ਔਰ ਬਹੁਤ ਤਾਂ ਇਹੋ ਜਿਹੇ ਹੁੰਦੇ ਨੇ ਲੋਕ ਗੱਲਾਂ ਕਰੀ ਜਾਂਦੇ ਨੇ, ਤੋਂ ਦੱਬੀ ਜਾਂਦੇ ਨੇ ਕੰਮ ਵੀ ਚਲੋ ਜੀ ਆਪਾਂ ਆਪਣਾ ਭਾਸ਼ਣ ਅੱਧਾ ਘੰਟਾ ਲਾਓ, ਬਾਕੀ ਦੇਖੀ ਜੋ ਵੀ ਕੋਈ ਗੱਲ ਨਹੀਂ, ਚਾਹੇ ਬੋਲਣ ਮਤਲਬ ਸਮਝ ਆਵੇ ਨਾ। ਇਹਦੇ 'ਚ ਬਹੁਤ ਮੋਟੀਆਂ ਗੱਲਾਂ ਦੀ ਗੱਲ ਹੈ। ਇੱਕ ਤਾਂ ਗੱਲ ਇਹ ਮੰਨਣ ਵਾਲੀ ਹੈ ਕਿ ਜਦੋਂ ਇਹ ਬਿੱਲ ਨਹੀਂ ਸੀ ਆਈ, ਜਦੋਂ ਆਰਡੀਨੈਂਸ ਨਹੀਂ ਸੀ ਆਇਆ ਤਾਂ ਕਾਨੂੰਨ ਨਹੀਂ ਸੀ ਬਣਿਆ, ਉਦੋਂ ਵੀ ਕਿਸਾਨੀ ਦੀ ਤੇ ਮਜ਼ਦੂਰਾਂ ਦੀ ਤੇ ਪਿੰਡਾਂ ਦੀ ਤੇ ਆਮ ਲੋਕਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਇਹ ਮੰਨ ਲੈਣਾ ਕਿ ਇਹਦੇ ਨਾਲ ਹੀ ਹੋਏਗਾ। ਇਹ ਜੋ ਗੱਲ ਉਦੋਂ ਪਿੱਛੋਂ ਸਾਨੂੰ ਇਹ ਤਾਂ ਮੰਨਣੀ ਚਾਹੀਦੀ, ਅਸੀਂ ਸਾਰੇ ਸੰਤੁਸ਼ਟ ਨਹੀਂ ਹਾਂ ਉਦੋਂ ਪਹਿਲੇ। ਬੱਚਿਆਂ ਦੀ ਪੜ੍ਹਾਈ ਦਾ ਪੈਸਾ ਨਹੀਂ ਦੇ ਸਕਦੇ, ਬਿਮਾਰੀਆਂ ਘਰ ਘਰ ਪੈਦਾ ਹੋ ਰਹੀਆਂ ਨੇ, ਉਹਦਾ ਪੈਸਾ ਨਹੀਂ ਦੇ ਸਕਦੇ, ਇਲਾਜ ਇੰਨਾ ਮਹਿੰਗਾ ਹੋ ਗਿਆ ਤੇ ਬਾਕੀ ਦੀਆਂ ਜਿਹੜੀਆਂ ਹੋਰ ਉਹਦੇ ਦਿਮਾਗ ਦੇ ਵਿੱਚ ਸੰਭਾਵਨਾਵਾਂ ਨੇ, ਉਹ ਨੌਕਰੀ ਲਈ ਲੱਭਦਾ ਹੈ। ਕੋਈ ਵੀ ਨੌਜਵਾਨ ਬੱਚਾ ਪੜ੍ਹ ਲਿਖ ਕੇ ਨੌਕਰੀ ਉਹਦੇ ਲਈ ਬਹੁਤ ਘੱਟ ਹੈ ਨਹੀਂ, ਜਿੰਨੇ ਲੋਕ ਮੰਗਦੇ ਨੇ ਉਹਨਾਂ ਲੋਕਾਂ ਦੀ ਨੌਕਰੀ ਹੈ ਨਹੀਂ। ਤੇ ਉਹ ਸਾਰੀਆਂ ਚੀਜ਼ਾਂ ਤਾਂ ਅਸੀਂ ਪਹਿਲਾਂ ਵੀ ਦੇਖ ਹੀ ਰਹੇ ਹਾਂ, ਇਹ ਨਵੀਆਂ ਨਹੀਂ। ਔਰ ਜਥੇਬੰਦੀਆਂ ਵੀ ਇਹ ਤੋਂ ਪਹਿਲਾਂ ਵੀ ਜ਼ੋਰ ਲਾਉਂਦੀਆਂ ਹੀ ਆ ਰਹੀਆਂ ਨੇ। ਬਹੁਤ ਲੀਡਰ ਨੇ ਜਿਹੜੇ 40-40 ਸਾਲ ਤੋਂ ਲੱਗੇ ਨੇ ਲੋਕਾਂ ਨੂੰ ਵੀ ਭਾਈ ਤੁਸੀਂ ਆਓ, ਇਹ ਤੋਂ ਬਿਨਾਂ ਚਾਰਾ ਨਹੀਂ, ਆਪਣੀ ਗੱਲ ਵੀ ਦੱਸ ਰਹੇ ਨੇ, ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਪਰ ਲੋਕ ਫਿਰ ਵੀ ਇੰਨੇ ਇਕੱਠੇ ਕਦੇ ਨਹੀਂ ਹੋਏ, ਫਿਰ ਵੀ ਲੋਕ ਮੈਦਾਨ 'ਚ ਉਸ ਰੂਪ ਦੇ ਵਿੱਚ ਨਹੀਂ ਆਏ। ਕਿਉਂ ਇਹ ਕਿਉਂ ਵਾਪਰਦਾ ਹੈ ਵਰਤਾਰਾ? ਇਹੋ ਜਿਹਾ ਕੁਛ ਕਿਉਂ ਹੋ ਜਾਂਦਾ ਬੜੇ ਜਦੋਂ ਸਾਡੇ ਕੋਲ ਇਹੋ ਜਿਹੇ ਮੌਕੇ ਆਉਂਦੇ ਨੇ? ਤੇ ਉਹਦੇ 'ਚ ਫਿਰ ਗਾਇਕ ਵੀ ਜਿਹੜੇ ਗਵਈਏ ਨੇ, ਪਹਿਲਾਂ ਆਪਾਂ ਇਤਰਾਜ਼ ਹੀ ਕਰਦੇ ਹਾਂ, ਹੁਣ ਤੱਕ ਇਹ ਵਿਗਾੜ ਰਹੇ ਨੇ ਨੌਜਵਾਨਾਂ ਨੂੰ, ਇਹਨਾਂ ਨੇ ਤਾਂ ਗਾਣੇ ਇਹੋ ਜਿਹੇ ਕਰਤੇ। ਉਹੀ ਗਾਇਕ ਵੀ ਵਾਰ-ਵਾਰ ਧਰਨਿਆਂ 'ਚ ਕਿਉਂ ਚਲੇ ਜਾ ਰਹੇ ਨੇ? ਫਿਰ ਸਾਰਾ ਕੁਛ ਉਹੀ ਕਲਾਕਾਰ ਵੀ ਕਿਉਂ ਆ ਜਾਂਦੇ ਨੇ ਉਹਦੇ 'ਚ? ਹਜ਼ਾਰਾਂ ਦੀ ਗਿਣਤੀ 'ਚ ਬੀਬੀਆਂ ਕਿਉਂ ਨੇ? ਦਲਿਤ ਪਰਿਵਾਰਾਂ ਦੀਆਂ ਬੀਬੀਆਂ ਪਹਿਲਾਂ ਵੀ ਮੈਦਾਨ 'ਚ ਨੇ, ਕਿਸਾਨੀ ਨਾਲ ਸੰਬੰਧਿਤ ਬੀਬੀਆਂ ਲੇਟ ਮੈਦਾਨ 'ਚ ਆਈਆਂ। ਦਲਿਤਾਂ ਦੀਆਂ ਬੀਬੀਆਂ ਤਾਂ ਪਹਿਲਾਂ ਨੇ, ਕੋਈ ਮਨਰੇਗਾ ਲਈ ਲੜ ਰਹੀ ਹੈ, ਧਰਨਿਆਂ 'ਚ ਜਾ ਰਹੀ ਹੈ, ਕੋਈ ਮਿਡ ਡੇ ਮੀਲ ਕੁੱਕ ਹੈ, ਕੋਈ ਆਂਗਣਵਾੜੀ ਹੈਲਪਰ ਹੈ, ਕੁਛ ਵਰਕਰ ਵੀ ਨੇ, ਔਰ ਇਸੇ ਤਰ੍ਹਾਂ ਆਸ਼ਾ ਵਰਕਰ ਨੇ, ਜਾਂ ਇਹਦੇ ਤੋਂ ਇਲਾਵਾ ਵੀ ਵੱਖ-ਵੱਖ ਕਾਰਨਾਂ ਕਰਕੇ ਹੁਣ ਫਾਈਨਾਂਸ ਕੰਪਨੀਆਂ ਦਾ ਇੱਕ ਮੁੱਦਾ ਚੱਲਿਆ, ਹਜ਼ਾਰਾਂ ਦੀ ਤਾਦਾਦ 'ਚ ਬੀਬੀਆਂ ਸਾਹਮਣੇ ਦਿਖਾਈ। ਉਹਦਾ ਕਾਰਨ ਕੀ ਹੈ? ਉਹਦੀ ਵਜ੍ਹਾ ਇਹ ਹੈ
ਕਿ ਦਲਿਤ ਪਰਿਵਾਰਾਂ ਦੀ ਰੋਜੀ ਰੋਟੀ ਦੇ ਸਾਧਨ ਇੰਨੇ ਥੋੜੇ ਨੇ ਕਿ ਉਹ ਨਵੀਂ ਵਿਆਹੀ ਕੁੜੀ ਨੂੰ ਵੀ ਜਾਂ ਉਸ ਤੋਂ ਪਹਿਲਾਂ ਆਪਣੇ ਮਾਪਿਆਂ ਦੇ ਵੀ ਘਰ ਛੱਡ ਕੇ ਉਹਨੂੰ ਬਾਹਰ ਮਜ਼ਦੂਰੀ ਲਈ ਜਾਣਾ ਹੀ ਪੈਣਾ, ਇਹ ਤੋਂ ਬਿਨਾਂ ਚਾਰਾ ਕੋਈ ਨਹੀਂ। ਉਹਦੇ ਹਾਲਾਤ ਐਸੇ ਨੇ ਜਿਹੜੇ ਹਾਲਾਤ ਉਹਨੂੰ ਬਾਹਰ ਭੇਜਦੇ ਨੇ ਵੱਖ-ਵੱਖ ਥਾਵਾਂ ਤੇ, ਜਾਂ ਪਹਿਲਾਂ ਇਸੇ ਕਰਕੇ ਹਾਲਾਤ ਨੇ ਕਿ ਲੋਕਾਂ ਦੇ ਖੇਤਾਂ 'ਚ ਜੋ ਉਹਨਾਂ ਨਾਲ ਵਾਪਰਦਾ ਰਿਹਾ ਇਹ ਬਹੁਤ ਵੱਡਾ ਇੱਕ ਵਰਤਾਰਾ ਹੈ ਕਿ ਪਰ ਉਹਨੂੰ ਫਿਰ ਵੀ ਖੇਤ 'ਚ ਜਾਣਾ ਹੀ ਪੈਂਦਾ, ਕਿਸੇ ਦੇ ਕੱਖ ਕੰਡਾ ਲੈਣ, ਕੋਈ ਚੀਜ਼ ਡੱਕੇ ਲੈਣ, ਜੋ ਮਰਜ਼ੀ ਲੈਣ, ਉਹ ਉਹਦੀ ਮਜਬੂਰੀ ਹੈ। ਉਹਦੇ ਲਈ ਹਾਲਾਤ ਪੈਦਾ ਹੋ ਗਏ ਸੀ, ਇਹ ਤੋਂ ਪਹਿਲੇ ਬਹੁਤ ਪਹਿਲਾਂ ਹੋ ਗਏ ਸੀ। ਕਿਸਾਨੀ ਪਰਿਵਾਰਾਂ 'ਚ ਜਾਂ ਮਿਡਲ ਕਲਾਸ ਪਰਿਵਾਰਾਂ 'ਚ ਅਜੇ ਉਹ ਹਾਲਾਤ ਨਹੀਂ ਸੀ ਕਿ ਔਰਤਾਂ ਮਜਬੂਰੀ ਬਸ ਬਾਹਰ ਕੰਮ ਕਰਨ ਜ਼ਰੂਰ ਜਾਣ, ਕਿਉਂਕਿ ਉਹਨਾਂ ਦੀ ਰੋਜੀ ਰੋਟੀ ਦਾ ਉਨਾ ਕੁ ਧੰਦਾ ਹਜੇ ਚੱਲਦਾ ਸੀ ਵੀ ਨਹੀਂ ਬੰਦਾ ਕਮਾਉਂਦਾ ਤਾਂ ਠੀਕ ਹੈ, ਤੂੰ ਕੀ ਕਰਨਾ ਚਾਹੁੰਦੀ। ਹੌਲੀ ਹੌਲੀ ਚੱਲ ਕੇ ਅਸੀਂ ਇੱਥੇ ਪਹੁੰਚ ਗਏ ਹਾਂ ਜਿੱਥੇ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਇਹ ਸਵਾਲ ਖੜਾ ਹੋ ਗਿਆ ਮੁੜ ਕੇ, ਜਾਂ ਉਹਨਾਂ ਚੋਂ ਬਹੁਤਿਆਂ ਤੋਂ ਆਪਣੇ ਪ੍ਰਾਈਵੇਟ ਸਕੂਲਾਂ ਦੀਆਂ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ, ਹੁਣ ਜਿਹੜੇ ਫੀਸਾਂ ਜਿੰਨੀਆਂ ਵੱਧ ਗਈਆਂ, ਬਿਮਾਰੀਆਂ ਇੱਕ ਘਰ 'ਚ ਬਿਮਾਰੀ ਥੋੜੀ ਸੀਰੀਅਸ ਬਿਮਾਰੀ ਆ ਜੇ ਤਾਂ ਘਰ ਦੇ ਕੋਲ ਜਿਹੜਾ ਬੈਲੈਂਸ ਮਾੜਾ ਮੋਟਾ ਠੀਕ ਠਾਕ ਚਲਾ ਰਿਹਾ ਹੁੰਦਾ ਤੇ ਉਹ ਵਿਗੜ ਜਾਂਦਾ। ਜਦੋਂ ਇੱਕ ਵਾਰ ਵਿਗੜ ਗਿਆ ਤਾਂ ਮੁੜ ਕੇ ਤਾਬ ਆਉਣਾ ਬੜਾ ਮੁਸ਼ਕਲ ਕੰਮ ਹੋ ਜਾਂਦਾ। ਉਹ ਸਾਰੀਆਂ ਚੀਜ਼ਾਂ ਦੇ ਇਹ ਇੱਕੋ ਦਿਨ ਸੋਝੀ ਨਹੀਂ ਆ ਗਈ। ਆਪਾਂ ਆਮ ਗੱਲ ਕਰਦੇ ਆ ਇੱਕ ਨਾ ਇੰਟਿਊਸ਼ਨ ਹੁੰਦੀ ਹੈ। ਇੰਟਿਊਸ਼ਨ ਦਾ ਮਤਲਬ ਹੈ ਉਹ ਗਿਆਨ ਨਹੀਂ ਹੁੰਦਾ, ਪਰ ਉਹਦੇ ਅੰਦਰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਜੀ ਖਤਰਾ ਬੜਾ ਹੋ ਰਿਹਾ ਹੈ। ਦਿਲ ਜਾ ਘਬਰਾਉਣ ਲੱਗ ਜਾਂਦਾ, ਜਿਵੇਂ ਕਹਿੰਦੇ ਨੇ ਆਫਤ ਨੂੰ ਆਈ ਨੂੰ ਦੇਖ ਕੇ ਨਾ ਬੰਦੇ ਨੂੰ ਇੱਕ ਅੰਦਰ ਸਟਾਰਟ ਹੋ ਜਾਂਦੀ ਹੈ ਕੋਈ ਗੜਬੜ ਹੋਣ ਵਾਲੀ। ਇਹ ਮਨੁੱਖੀ ਸੰਵੇਦਨਾ ਦਾ ਹਿੱਸਾ ਹੈ ਬਹੁਤ ਬੜਾ। ਕੋਈ ਜ਼ਰੂਰੀ ਨਹੀਂ ਹੈ ਕਿਸੇ ਦੇ ਦੱਸੇ ਤੇ ਆਉਂਦਾ ਜਾਂ ਕਿਤੇ ਵੀ ਆਉਂਦਾ, ਆਟੋਮੈਟਿਕਲੀ ਆਉਂਦਾ। ਇਹ ਹਰ ਜੀਵਤ ਚੀਜ਼ਾਂ ਦੇ ਵਿੱਚ ਆਉਂਦਾ ਹੈ, ਇਹ ਪਸ਼ੂ ਪੰਛੀਆਂ ਸਭ ਦੇ ਵਿੱਚ ਵੀ ਆਉਂਦਾ ਹੈ ਕਿ ਉਹਦੇ ਅੰਦਰ ਆ ਜਾਂਦਾ ਹੈ ਕਿ ਹੁਣ ਕੋਈ ਕੁਝ ਵੱਡਾ ਮਾੜਾ ਹੋਣ ਵਾਲਾ ਹੈ, ਮਾੜਾ ਇਸ ਲੈਵਲ ਤੇ ਹੋ ਰਿਹਾ ਤੇ ਇਹਦੇ ਤੇ ਕੁਝ ਕਰਨ ਦੀ। ਉਹ ਮੈਨੂੰ ਲੱਗਦਾ ਕਿ ਪੰਜਾਬ ਦੀ ਟੋਟਲ ਸਾਈਕੀ ਨੇ ਇੱਕ ਜਿਹੜੀ ਸਮੂਹਿਕ ਮਾਨਸਿਕਤਾ ਹੁੰਦੀ ਹੈ ਉਹਨੂੰ ਇੱਕ ਬੜੀ ਲੰਮੇ ਸਮੇਂ ਬਾਅਦ ਪਹਿਲੀ ਵਾਰ ਜਚਿਆ ਹੈ ਕਿ ਵੱਡਾ ਮਾੜਾ ਹੋਣ ਜਾ ਰਿਹਾ ਹੈ, ਹੁਣ ਉਸ ਗੱਲ ਕਰਨ ਦੀ ਲੋੜ ਹੈ। ਔਰ ਉਹਦੇ ਚੋਂ ਫਿਰ ਹੁਣ ਉਭਰਨਾ ਚਾਹੁੰਦਾ ਹੈ। ਉਹਦੇ ਲਈ ਇੱਕ ਸੰਕਟ ਸਾਡੇ ਸਾਹਮਣੇ ਖੜਾ ਹੋ ਗਿਆ ਹੈ ਕਿ ਉਹਨੂੰ ਅਸੀਂ ਨਾਲ ਤਾਂ ਤੋੜ ਨਹੀਂ ਸਕੇ, ਗੈਪ ਹੈ, ਅੰਤਰ ਖੜਾ ਹੈ ਬਹੁਤ ਵੱਡਾ, ਜਿਹਦੀ ਲੜੀ ਜੁੜੇ ਬਿਨਾਂ ਕੰਮ ਨਹੀਂ ਚੱਲੂਗਾ। ਸਾਡੀਆਂ ਕਾਲਜ ਤੇ ਯੂਨੀਵਰਸਿਟੀਆਂ ਪਿਛਲੇ 30 ਸਾਲ ਤੋਂ ਲੀਡਰਲੈਸ ਨੇ। ਕੋਈ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕੋਈ ਵੱਡੀਆਂ ਜਿਹੜੀਆਂ ਜਥੇਬੰਦੀਆਂ ਦਾ ਦੌਰ ਸੀ 30 ਸਾਲ ਹੋ ਗਏ ਨੇ, ਉਹ ਖਤਮ ਹੈ। ਉਹ ਸੋਝੀ ਨਹੀਂ ਹੈ ਸਾਡੇ ਕੋਲ ਵਿਕਸਿਤ ਹੋਈ। ਉਹਨਾਂ ਦੇ ਵਿੱਚੋਂ ਜਿਹੜੇ ਲੋਕ ਆਉਂਦੇ ਸੀ, ਪੜ੍ਹਦੇ ਸੀ, ਉੱਥੇ ਚਰਚਾਵਾਂ ਕਰਦੇ ਸੀ, ਉੱਥੋਂ ਹੀ ਬੰਦੇ ਕੋਈ ਕਿਸਾਨਾਂ 'ਚ ਚਲਾ ਗਿਆ, ਕੋਈ ਮੁਲਾਜ਼ਮਾਂ 'ਚ ਚਲਾ ਗਿਆ, ਕਿਸੇ ਹੋਰ 'ਚ ਚਲਾ ਗਿਆ, ਹੋਰ 'ਚ ਚਲਾ ਗਿਆ। ਉਹ ਹੈ ਇਹ ਗੈਪ ਹੈ। ਉਸ ਗੈਪ ਨੇ ਕੀ ਪੈਦਾ ਕੀਤਾ ਫਿਰ ਜਦੋਂ ਖਾੜਕੂਵਾਦ ਦਾ ਦੌਰ ਆਇਆ। ਖਾੜਕੂਵਾਦ ਦੇ ਦੌਰ 'ਚ ਵੱਡੇ ਪੱਧਰ ਤੇ ਪੰਜਾਬ ਦੀ ਜਵਾਨੀ ਮਾਰੀ ਗਈ ਹੈ। ਲਗਭਗ 30-35 ਹਜ਼ਾਰ, ਕੋਈ ਫਿਗਰ ਨਹੀਂ ਕਿਉਂਕਿ ਪੰਜਾਬ ਨੇ ਦਸਤਾਵੇਜ਼ੀਕਰਨ ਨਹੀਂ ਕੀਤਾ ਕਦੇ ਉਹਨਾਂ ਮਾਮਲਿਆਂ ਦਾ। ਉਹਦੇ ਪਿੱਛੇ ਕਾਰਨ ਇਹ ਹੈ ਦਸਤਾਵੇਜ਼ੀਕਰਨ ਨਾ ਕਰਨ ਦੇ ਕਰਕੇ ਵੱਡੀ ਪੱਧਰ ਤੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਇੱਕ ਹਿੱਸਾ ਨੌਜਵਾਨਾਂ ਦਾ ਖਾੜਕੂ ਧਿਰਾਂ ਵੱਲੋਂ ਮਾਰਿਆ ਗਿਆ ਜਿਹੜਾ ਕੋਈ ਦੂਜਾ ਬਕਰੇਵੇਂ ਵਿਚਾਰਦਾ ਸੀ। ਲੀਡਰ ਕੌਣ ਹੁੰਦਾ ਹੈ ਜਿਹੜਾ ਕਿਸੇ ਵੀ ਮੂਵਮੈਂਟ 'ਚ ਆਉਂਦਾ ਹੈ, ਉਹਦੇ ਨਾਲ ਤੁਹਾਡੀ ਸਹਿਮਤੀ ਜਾਂ ਅਸਹਿਮਤੀ, ਮੈਂ ਖਾਲਿਸਤਾਨ ਦਾ ਸਮਰਥਕ ਹੋਵਾਂ ਜਾਂ ਨਾ ਹੋਵਾਂ, ਪਰ ਜਿਹੜੇ ਬੱਚੇ ਉਹਦੇ 'ਚ ਕੁੱਦ ਪਏ, ਉਹਨਾਂ 'ਚ ਆਮ ਸਧਾਰਨ ਜਿਹੜੇ ਬੈਠੇ ਬੰਦੇ ਨੇ ਪਰਿਵਾਰਾਂ ਦੇ ਵਿੱਚ, ਨੌਕਰੀ ਪੇਸ਼ਾ, ਬਾਕੀ ਲੀਡਰ ਪੈਦਾ ਹੋਣ ਦਾ ਗੁਣ ਜ਼ਿਆਦਾ ਹੈ ਉਹਦੇ 'ਚ, ਕਿਉਂਕਿ ਉਹ ਦਾਅ ਤੇ ਲਾ ਕੇ ਮੈਦਾਨ 'ਚ ਕੁੱਦ ਚੁੱਕੇ ਹੈ। ਉਹ ਉਸ ਸਿਆਸਤ ਦਾ ਖਿਡਾਰੀ ਬਣ ਚੁੱਕੇ ਹੈ। ਦੂਜੇ ਦਰਸ਼ਕ ਦੀ ਭੂਮਿਕਾ 'ਚ ਨੇ ਹਜੇ। ਇਹਦਾ ਮਤਲਬ ਉਹਦੇ 'ਚ ਲੀਡਰ ਬਣਨ ਦੀ ਸਮਰੱਥਾ ਹੈ ਸੀ ਜ਼ਿਆਦਾ। ਔਰ ਇਸੇ ਕਰਕੇ ਇਹ ਹੈ ਕਿ ਉਹ ਪੀੜ੍ਹੀ 30 ਸਾਲ 'ਚ 2 ਜਨਰੇਸ਼ਨਾਂ ਚਲੀਆਂ ਜਾਂਦੀਆਂ ਨੇ। 15 ਸਾਲ ਦੀ ਜਨਰੇਸ਼ਨ ਦਾ ਦੌਰ ਹੁੰਦਾ ਹੈ ਜਿਹੜਾ ਜੰਗ ਪੀਰੀਅਡ ਮੰਨਿਆ ਜਾਂਦਾ ਪ੍ਰੋਗਰਾਮ ਨੌਜਵਾਨੀ ਦਾ। ਪੰਜਾਬ ਦੀ ਲੀਡਰਸ਼ਿਪ ਖਤਮ ਹੋ ਗਈ ਪਿਛਲੇ 30 ਸਾਲਾਂ ਦੇ ਵਿੱਚ, ਔਰ ਇਸੇ ਕਰਕੇ ਪੰਜਾਬ ਦਾ ਇੰਟੈਲੈਕਚੁਅਲ ਖਤਮ ਹੋ ਗਿਆ ਪਿਛਲੇ 30 ਸਾਲਾਂ ਦੇ ਵਿੱਚ। ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬ ਦੇ ਬਾਕੀ ਜਗ੍ਹਾ ਸਾਨੂੰ ਆਰਗੈਨਿਕ, ਉਹਨੂੰ ਕਹਿੰਦੇ ਨੇ ਕਿ ਲੋਕਾਂ ਨਾਲ ਜੁੜਿਆ ਬੁੱਧੀਜੀਵੀ ਜਿਹੜਾ ਹਰ ਖਤਰਾ ਮੁੱਕ ਲੈਣਗੇ। ਇੱਥੇ ਸਾਰਤਰ ਦੀ ਗੱਲ ਕੀਤੀ, ਫਲਾਣੇ ਦੀ ਗੱਲ ਕੀਤੀ, ਸਾਰੇ ਬੁੱਧੀਜੀਵੀਆਂ ਨੂੰ ਫਾਂਸੀ ਹੋਈ ਹੈ ਨਾਰਮਲੀ, ਜਾਂ ਕੈਦਾਂ ਹੋਈਆਂ ਨੇ ਤੇ ਜਾਂ ਕਿਤੇ ਹੋਰ ਹੋਇਆ ਜਿਨ੍ਹਾਂ ਨੇ ਲੋਕਾਂ ਦੇ ਲਈ ਖੜ ਕੇ ਸਟੈਂਡ ਲਏ ਨੇ। ਉਹਦੇ ਤੋਂ ਬਿਨਾਂ ਕੋਈ ਸੁਸਾਇਟੀ ਨਹੀਂ ਚੱਲਦੀ।
ਪੰਜਾਬ ਦੇ ਅੰਦਰ ਬੌਧਿਕਤਾ ਦਾ ਤੇ ਬੁੱਧੀਜੀਵੀ ਲੋਕਾਂ ਦੇ ਗਰੁੱਪਾਂ ਦਾ ਇੱਕ ਲੈਵਲ ਦਾ ਕਾਲ ਪੈ ਗਿਆ ਬੜੇ ਲੰਮੇ ਸਮੇਂ ਤੋਂ। ਇੱਕਾ ਦੁੱਕਾ ਬੰਦੇ ਹੋਣਗੇ ਪਰ ਇੱਕ ਕਲਾਸ ਹੁੰਦੀ ਹੈ, ਇੱਕ ਸਮੂਹਿਕ ਸੋਚਣ ਦੇ ਬੰਦੇ ਚ ਉਹ ਵੱਖਰੇਵੇਂ ਹੋਣ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਪਰ ਉਹ ਬਹਿਸਾਂ ਕਰਦੇ ਹੋਣ ਬੈਠੇ ਬੌਧਿਕ ਲੈਵਲ ਤੇ, ਇਕੱਠ ਕਰਦੇ ਹੋਣ, ਇੱਕ ਦੂਜੇ ਨਾਲ ਮੱਥਾਮਾਰੀ ਕਰਦੇ ਹੋਣ, ਐਸਾ ਰਾਜ ਕੀ ਕਰਨਾ ਕੀ ਨਹੀਂ ਕਰਨਾ, ਉਹ ਨਹੀਂ ਖਤਮ ਹੋ ਗਿਆ। ਉਹਨਾਂ ਚੋਂ ਹੀ ਬੰਦੇ ਤਿਆਰ ਕਰਦੇ ਨੇ। ਔਰ ਤੁਹਾਡੇ ਕਰਕੇ ਬੱਚੇ ਕਾਲਜਾਂ 'ਚ ਪੜ੍ਹਨ ਵਾਲੇ ਇਸ ਮੂਵਮੈਂਟ ਤੋਂ, ਇਹਨਾਂ ਜਾਣਕਾਰੀਆਂ ਤੋਂ ਮਹਿਰੂਮ ਨਹੀਂ ਸੀ ਰਹਿ ਸਕਦੇ ਜੇ ਬਹੁਤ ਕਰੋੜ ਨਵਾਇਆ ਹੁੰਦਾ ਉਹਨਾਂ ਬੰਦਿਆਂ ਨੇ, ਜਿਹੜੇ ਬੰਦਿਆਂ ਕੋਲ ਤੁਸੀਂ ਜਾ ਕੇ ਪੜ੍ਹਦੇ ਹੋ ਜਾਂ ਗੱਲ ਕਰਦੇ ਹੋ, ਕਿਉਂਕਿ ਉਹ ਬਹੁਤ ਵੱਡੀਆਂ ਭੂਮਿਕਾਵਾਂ ਦੇ ਵਿੱਚ ਹੁੰਦੇ ਨੇ। ਇਹ ਸੰਕਟ, ਇਹ ਗੈਪ ਨੂੰ ਕਿਵੇਂ ਭਰਿਆ ਜਾਵੇ, ਇਹ ਪੰਜਾਬ ਦੀ ਮੂਵਮੈਂਟ ਦੇ ਸਾਹਮਣੇ ਬਹੁਤ ਬੜਾ ਸਵਾਲ ਹੈ। ਅਸੀਂ 30 ਸਾਲ ਦਾ ਪੰਧ 1 ਸਾਲ 'ਚ ਨੇੜੇ ਲਾਉਣਾ ਹੈ। ਨੇੜੇ ਲਾਏ ਬਿਨਾਂ ਕੰਮ ਚੱਲਣਾ ਨਹੀਂ ਹੈ। ਉਹ ਤਾਂ ਹੁੰਦਾ ਤੇ ਉਹਦੇ 'ਚ ਉਹ ਪੰਧ ਤਾਂ ਮੁੱਕਦੇ ਨੇ ਬਹੁਤ, ਜਦੋਂ ਆਪਾਂ ਰੂਟੀਨ 'ਚ ਤੁਰਦੇ ਹਾਂ ਉਹਦੇ ਨਾਲੋਂ ਜ਼ਿਆਦਾ ਸਮਾਂ ਚਾਹੀਦਾ, ਉਹਦੇ ਨਾਲੋਂ ਜ਼ਿਆਦਾ ਪ੍ਰਤੀਬੱਧਤਾ ਚਾਹੀਦੀ ਹੈ, ਉਹਦੇ ਨਾਲੋਂ ਜ਼ਿਆਦਾ ਰਾਤਾਂ ਝਾਕਣ ਦੀ ਤੇ ਦਿਨ ਰਾਤ ਲੱਗੇ ਰਹਿਣ ਦੀ ਕਾਬਲੀਅਤ ਚਾਹੀਦੀ ਹੈ, ਤੇ ਉਹਦੇ ਨਾਲ ਹੀ ਜੁੜ ਕੇ ਇੱਕ ਦੂਜੇ ਦਾ ਸਾਥ ਚਾਹੀਦਾ, ਇੱਕ ਦੂਜੇ ਨੂੰ ਸਿਆਣਾ ਬਣਾਉਣ ਦੇ ਲਈ ਜ਼ਿਆਦਾ ਚਾਹੀਦਾ, ਇੱਕ ਦੂਜੇ ਕਿਸੇ ਵੀ ਸਮੇਂ ਦੇ ਨਾਲ। ਗੈਪ ਕਿਵੇਂ ਨਿਕਲੂ? ਇੱਕ ਕੋਈ 2 ਘੰਟੇ ਕੰਮ ਕਰਕੇ ਤੁਸੀਂ ਉਹ ਚੀਜ਼ਾਂ ਕਰਦੇ ਹੋ, ਤਾਂ ਜੇ ਉਹਨਾਂ ਗੈਪ ਕੱਢਣਾ ਤਾਂ 18 ਘੰਟੇ ਤੇ ਆ ਜਾਣਾ ਪਊਗਾ, ਉਹ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ। ਇਹ ਮੰਥਨ ਅਜੇ ਵੀ ਗਾਇਬ ਹੈ। ਇੱਕ ਵੀ ਮੀਟਿੰਗ ਇਸ ਸੂਬੇ 'ਚ ਅੱਜ ਤੱਕ ਬੌਧਿਕ ਤਬਕੇ ਦੀ ਨਹੀਂ ਹੋਈ ਕਿ ਉਹਨਾਂ ਨੇ ਇਹ ਸੋਚ ਕੇ ਕਿ ਪੰਜਾਬ ਐਡੀ ਵੱਡੇ ਸੰਕਟ ਦੇ ਵਿੱਚ ਹੈ, ਆਓ ਆਪਾਂ ਸਿਰ ਜੋੜ ਕੇ ਬੈਠ ਕੇ ਚਰਚਾ ਕਰਕੇ ਦੇਖੀਏ ਕਿ ਇਹਦੇ ਤੇ ਕੀ ਹੋਣਾ ਚਾਹੀਦਾ, ਇਹਨੂੰ ਜਾਣਾ ਕਿੱਧਰ ਚਾਹੀਦਾ। ਇੱਕ ਮੀਟਿੰਗ ਨਹੀਂ ਹੋਈ ਹੈ ਇਸ ਸਟੇਟ 'ਚ, ਇਸ ਸੂਬੇ ਦੇ ਵਿੱਚ। ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੁੰਦਾ ਹੈ। ਕੱਲਾ ਪੋਲੀਟੀਸ਼ੀਅਨ ਨੂੰ ਗਾਲਾਂ ਕੱਢਣ ਦਾ ਕੁਐਸਚਨ ਨਹੀਂ ਹੁੰਦਾ। ਜਿਹੜੀ ਧਿਰ ਦੇ ਕੋਲ ਇੱਕ ਕਾਬਲੀਅਤ ਹੈ, ਜੇ ਪੁਰਾਣੇ ਰਾਜਿਆਂ ਦੂਜਿਆਂ ਜਿਨ੍ਹਾਂ ਦੀ ਵੀ ਮਰਜ਼ੀ, ਤੇ ਉਹਦੇ ਲਈ ਇੱਕ ਕੋਰ ਗਰੁੱਪ ਹਮੇਸ਼ਾ ਹੀ ਹੁੰਦਾ ਜਿਹੜਾ ਤੈਅ ਕਰਦਾ ਚੀਜ਼ਾਂ ਨੂੰ ਕਿ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਅੱਜ ਹੋਰ ਵੀ ਜ਼ਿਆਦਾ ਜ਼ਰੂਰਤ ਹੈ ਪਹਿਲੇ ਸਮਿਆਂ ਨਾਲੋਂ, ਕਿਉਂਕਿ ਹੁਣ ਅਸੀਂ ਕਹਿੰਦੇ ਗਿਆਨ ਦਾ ਯੁੱਗ ਹੈ ਜੀ, ਇਹ ਸੂਚਨਾ ਦਾ ਯੁੱਗ ਹੈ ਜੀ। ਬਹੁਤ ਲੋਕ ਕਹਿੰਦੇ ਨੇ ਸੋਸ਼ਲ ਮੀਡੀਆ ਜੀ ਹੁਣ ਤਾਂ ਸਭ ਨੂੰ ਸਭ ਕੁਝ ਆਉਂਦਾ ਹੈ, ਤੇ ਮੈਨੂੰ ਲੱਗਦਾ ਕਿ ਇਹ ਉਦੋਂ ਵੀ ਖਤਰਨਾਕ ਯੁੱਗ ਇਸ ਕਰਕੇ ਹੈ ਜਦੋਂ ਸੋਸ਼ਲ ਮੀਡੀਆ ਇਨਫੋਰਮੇਸ਼ਨ ਦਾ ਬਹੁਤ ਵੱਡਾ ਵਜਨ ਪਾ ਦਿੱਤਾ ਜਾਂਦਾ ਹੈ, ਤੇ ਉਹਦੇ 'ਚੋਂ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ। ਜੇ ਥੋੜੀ ਥੋੜੀ ਆਉਂਦੀ ਹੈ ਤਾਂ ਸਿੱਧੀ ਬੰਦੇ ਕੋਲ ਆਉਂਦੀ ਹੈ ਤੇ ਗੱਲ ਆਉਂਦੀ ਹੈ। ਹੁਣ ਇੰਨਾ ਵੱਡਾ ਫਲੱਡ ਆਉਂਦਾ ਹੈ, ਉਹ ਫਲੱਡ 'ਚੋਂ ਰੁੜ ਜਾਂਦੀਆਂ ਨੇ ਚੀਜ਼ਾਂ, ਆਮ ਚੀਜ਼ਾਂ ਜਿਹੜੀਆਂ ਵੀ ਤੁਹਾਡੇ ਸਾਹਮਣੇ ਆਉਂਦੀਆਂ ਨੇ, ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ, ਇਹ ਸਾਨੂੰ ਸਮਝ ਹੀ ਨਹੀਂ ਆਉਂਦੀ। ਇਹਦੇ ਵਾਸਤੇ ਜੇ ਇਹ ਚੀਜ਼ ਹੁੰਦੀ ਤਾਂ ਕਾਫੀ ਲੰਮੇ ਸਮੇਂ ਤੋਂ, ਲਗਭਗ 23 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਪਤਾ ਹੁੰਦਾ ਕਿ ਕੋਈ ਕਾਨੂੰਨ ਬਣਿਆ ਹੋਇਆ ਇਸ ਸੂਬੇ 'ਚ, ਲੋਕਾਂ ਦੇ ਅੰਗੂਠੇ ਦੇ ਵਿੱਚ, ਲੋਕਾਂ ਦੀ ਕਲਮ ਦੇ ਵਿੱਚ ਤਾਕਤ ਹੈ, ਉਹਦੀ ਵਰਤੋਂ ਕਰ ਸਕਦੇ ਨੇ, ਤੇ ਉਹ ਗ੍ਰਾਮ ਸਭਾ ਵਰਗੀ ਸੰਸਥਾ ਹੈ, ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਰੋਲ ਨਿਭਾਇਆ ਹੁੰਦਾ ਬੌਧਿਕ ਤਬਕੇ ਤੇ ਜਿਹੜੇ ਲੀਡਰਸ਼ਿਪ ਦੇ ਬਾਕੀ ਨੇ, ਕਿਸੇ ਨੇ ਕੁਝ ਕਰਨਾ ਨਹੀਂ ਕਰਨਾ, ਪਰ ਸੂਚਨਾ ਤਾਂ ਹੁੰਦੀ ਨਾ ਸਭ ਨੂੰ ਕਿ ਆਹ ਕੋਈ ਚੀਜ਼ ਹੈ। ਇਸੇ ਤਰ੍ਹਾਂ ਮਨਰੇਗਾ, ਜਿੰਨੇ ਦਲਿਤ ਪਰਿਵਾਰ ਨੇ, ਕਿਹੜੇ ਬੰਦੇ ਨੂੰ ਪਤਾ ਪੰਜਾਬ ਦੇ ਵਿੱਚ, ਪੰਜਾਬ ਦੇ ਵਕੀਲਾਂ ਨੂੰ ਲੈ ਲਓ, ਪੰਜਾਬ ਦੇ ਜਿਹੜੇ ਮਰਜ਼ੀ ਬੰਦੇ ਨੂੰ ਲੈ ਲਓ, ਜੇ 99% ਬੰਦਿਆਂ ਨੂੰ ਇਹ ਪਤਾ ਹੋਵੇ ਕਿ ਉਹ ਕਾਨੂੰਨ ਕੀ ਹੈ, ਕਿਉਂਕਿ ਉਹਨਾਂ ਦਾ ਦਿਲਚਸਪੀ ਨਹੀਂ ਹੈ। ਆਮ ਤੌਰ ਤੇ ਕਹਿ ਦਿੰਦੇ ਜੇ ਸਰੋਕਾਰ ਨਾ ਹੋਵੇ ਸਮਾਜ ਨਾਲ ਤਾਂ ਪੜ੍ਹਿਆ ਲਿਖਿਆ ਬੰਦਾ ਅਨਪੜ੍ਹ ਤੋਂ ਮਾੜਾ। ਇੱਕ ਸਹਿਜ ਵਿਕਾਸ ਦਾ ਨਾਂ ਹੈ, ਜਿਹੜੇ ਲੋਕਾਂ ਦੇ ਦਿਮਾਗ 'ਚ ਵੀ ਉਹ ਗੱਲ ਪਾਉਂਦੀ ਹੈ, ਉਹਨੂੰ ਬੌਧਿਕ ਤੌਰ ਤੇ ਸਿਆਣਾ ਕਰਦੀ ਹੈ, ਤੇ ਫਿਰ ਉਹਨਾਂ ਨੂੰ ਉਹ ਬੁੱਧੀ ਜੋੜਦੀ ਹੈ, ਉਹ ਲੋਕਾਂ ਨੂੰ ਤਾਕਤ ਬਣਾਉਂਦੀ ਹੈ। ਬੰਦੇ ਨੂੰ ਵੀ ਤਾਕਤਵਰ ਬਣਾਉਂਦਾ ਉਹ ਗਿਆਨ, ਤੇ ਲੋਕਾਂ ਨੂੰ ਵੀ ਸਮੂਹਿਕ ਤੌਰ ਤੇ ਉਹ ਚੀਜ਼ ਤਾਕਤਵਰ ਬਣਾਉਂਦੀ ਹੈ। ਇਹ ਮੁੱਢਲੀਆਂ ਚੀਜ਼ਾਂ ਨੇ ਜਿੱਥੇ ਰੋਜੀ ਰੋਟੀ ਦਾ ਸਵਾਲ ਸੀ ਮਨਰੇਗਾ ਦਾ। ਅੱਜ ਤੱਕ ਮਨਰੇਗਾ ਦਾ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਗਏ ਤੇ 9 ਮਹੀਨਿਆਂ ਬਾਅਦ ਮਨਰੇਗਾ ਕਾਰਡ ਬਣੇ। ਜੇ ਸਿੱਖਿਅਤ ਹੁੰਦਾ ਪਿੰਡ ਜਾਂ ਇਹੋ ਜਿਹੇ ਬੰਦੇ ਹੁੰਦੇ ਤਾਂ ਬਾਰ-ਬਾਰ ਵੀਡੀਓ ਦੇ ਆਲੇ ਦੁਆਲੇ ਜਾਣ ਦੀ ਲੋੜ ਨਹੀਂ ਸੀ। FIR ਦਰਜ ਕਰਾਉਂਦੇ ਵੀਡੀਓ ਦੇ ਖਿਲਾਫ ਜਾ ਕੇ ਥਾਣੇ ਦੇ ਵਿੱਚ, ਕਿਉਂਕਿ ਉਹ ਐਕਟ ਕਹਿੰਦਾ ਕਿ ਉਸ ਐਕਟ ਦੀ ਵਾਇਲੇਸ਼ਨ ਸੰਬੰਧਿਤ ਵਿਅਕਤੀ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇੱਕੋ ਇੱਕ ਕਾਨੂੰਨ ਹੈ, ਇਹ ਸਕੀਮ ਨਹੀਂ ਹੈ
ਇੱਕੋ ਇੱਕ ਫੰਡਾਮੈਂਟਲ ਰਾਈਟ ਹੈ ਜਿਹੜਾ 100 ਦਿਨ ਦਾ ਮਿਲਿਆ ਇੱਥੇ ਰੁਜ਼ਗਾਰ ਦਾ। ਅਜੇ ਪੜ੍ਹੇ ਲਿਖਿਆਂ ਨੂੰ ਨਹੀਂ ਮਿਲਿਆ, ਉਹ ਬਹੁਤ ਦੇਰ ਦੇ ਮੰਗ ਰਹੇ ਨੇ ਕਿ ਘੱਟੋ ਘੱਟ ਬੁਨਿਆਦੀ ਹੱਕ ਕਰਾਰ ਕਰੋ। ਬਹੁਤ ਨੌਜਵਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਰੁਜ਼ਗਾਰ ਨੂੰ ਬੁਨਿਆਦੀ ਹੱਕ ਬਣਾਉਣ ਲਈ ਲੜਾਈ ਵੀ ਲੜ ਰਹੀਆਂ ਨੇ, ਪਰ ਕਿਸੇ ਖਾਸ ਹਾਲਾਤ ਦੇ ਵਿੱਚ ਆਮ ਸਧਾਰਨ ਲੋਕਾਂ ਨੂੰ 100 ਦਿਨ ਦਾ ਸਹੀ ਇੱਕ ਬੁਨਿਆਦੀ ਅਧਿਕਾਰ ਮਿਲ ਗਿਆ ਸੰਵਿਧਾਨਕ ਤੌਰ ਤੇ। ਜੇ ਸੂਬਾ ਉਹ ਲਾਗੂ ਨਹੀਂ ਕਰਾ ਸਕਦਾ ਤਾਂ ਜੋ ਮਰਜ਼ੀ ਬਦਲ ਦੋ ਸਿਸਟਮ, ਕੁਝ ਨਹੀਂ ਹੋਏਗਾ। ਕੀ ਹੋ ਜੂਗਾ ਜੀ ਬਾਕੀ ਬਦਲਾ ਇਹ ਕੀ? ਉਹ ਸਾਰੇ ਪੜ੍ਹੇ ਲਿਖੇ ਸਮਾਜ ਦੀ ਇਹ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਸਾਰੇ ਲੋਕਾਂ ਨੂੰ ਉਸ ਤਰੀਕੇ ਦੀ ਗੱਲ ਕਰਨ, ਔਰ ਉਹਦੇ 'ਚ ਸਾਡੇ ਸਾਰੇ ਕਿਤੇ ਹੋਰ ਤਰ੍ਹਾਂ ਚੱਲਦਾ। ਪੰਚਾਇਤ ਆ ਕੇ ਕਹਿੰਦੀ ਹੈ ਮੇਰੇ ਕੋਲ ਪੈਸਾ ਆ ਗਿਆ, ਚੱਲ ਹੁਣ ਤੁਹਾਨੂੰ ਲਾ ਦਿੰਦੇ ਆ, ਚਲੋ ਮੈਂ ਨਰੇਗਾ ਨੂੰ। ਵੀਡੀਓ ਕਹਿੰਦਾ ਮੈਂ ਤੈਨੂੰ ਲਾ ਦਿੰਦਾ, ਕੋਈ ਨਹੀਂ ਤੈਨੂੰ ਦਿੰਦਾ, ਖੈਰਾਤ ਦੇਣੀ ਹੈ। ਹੱਕ ਦੀ ਲੜਾਈ ਦਾ ਜਿਹੜਾ ਸਵਾਲ ਹੈ ਉਹ ਖੈਰਾਤ ਦੀ ਲੜਾਈ 'ਚ ਬਦਲਿਆ ਪਿਆ ਪੂਰੇ ਪੰਜਾਬ ਦੇ ਵਿੱਚ। ਅੱਜ ਜੇ ਕਿਸਾਨ ਮੂਵਮੈਂਟ ਦੇ ਨਾਲ ਦਲਿਤ ਸੈਕਸ਼ਨ ਨਹੀਂ ਉਸ ਪੱਧਰ ਤੇ ਸਰਗਰਮ ਹੈ ਤਾਂ ਕਿਸਾਨ ਮੂਵਮੈਂਟ ਨੂੰ, ਕਿਸਾਨੀ ਲੀਡਰਸ਼ਿਪ ਨੂੰ ਅੰਦਰ ਝਾਤ ਮਾਰਨੀ ਪਏਗੀ। ਜਦੋਂ ਮਨਰੇਗਾ ਦੀ ਗੱਲ ਕਰਦਾ ਤਾਂ ਨਾਰਮਲੀ ਜਾਤ ਆ ਕੇ ਖੜੀ ਹੁੰਦੀ ਹੈ, ਕਿੱਤਾ ਆ ਕੇ ਖੜਾ ਹੁੰਦਾ। ਜ਼ਿਆਦਾਤਰ ਕਿਸਾਨੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਲਿਤ ਉਸ ਦਿਹਾੜੀ ਦੇ ਪੱਖ 'ਚ ਨਹੀਂ ਭੁਗਤ ਰਹੀ। ਜਦੋਂ ਉਹ ਬੀਬੀਆਂ ਫਾਈਨਾਂਸ ਦੀ ਲੜਾਈ ਲੜ ਰਹੀਆਂ ਨੇ ਹਜ਼ਾਰਾਂ ਕਿ ਸਾਨੂੰ ਤੰਗ ਕਰਦੇ ਨੇ, ਉੱਥੇ ਕਿਸਾਨੀ ਕਿੰਨੀ ਗਈ ਹੈ? ਕਿੰਨੇ ਬੰਦੇ ਜਾ ਕੇ, ਚਲੋ ਛੱਡੋ ਕਿੰਨੇ ਲੀਡਰ ਉੱਥੇ ਧਰਨਿਆਂ 'ਚ ਜਾ ਕੇ ਬੋਲਦੇ ਨੇ, ਇਕੱਠ 'ਚ ਨਾ ਵੀ ਜਾਓ ਵੱਡੀ ਪੱਧਰ ਦੇ ਉੱਤੇ। ਔਰ ਜੇ ਮਨਰੇਗਾ 'ਚ ਕੋਈ ਪੰਚਾਇਤ ਦਿਹਾੜੀ ਨਹੀਂ ਦਿੰਦੀ ਤੇ ਮਨਰੇਗਾ ਵਰਕਰ ਜਿਹੜਾ ਗਰੀਬ ਹੈ, ਜਿਹਦੇ ਦਬਦਬਾ ਹੈ, ਤਾਂ ਸਾਡੀਆਂ ਉਹ ਕਿਸਾਨ ਜਥੇਬੰਦੀਆਂ ਉਹਦੇ ਜੋ ਪੰਚਾਇਤ ਦੇ ਸਾਹਮਣੇ ਉਹਦੀ ਲੜਾਈ ਕਿਉਂ ਨਹੀਂ ਲੜ ਸਕਦੀਆਂ? ਲੜੀ ਕਿਉਂ ਨਹੀਂ ਹੁਣ ਤੱਕ? ਕੌਣ ਜ਼ਿੰਮੇਵਾਰ? ਜਾਂ ਜਿਹੜੇ ਵੀ ਪੜ੍ਹੇ ਲਿਖੇ ਲੋਕ ਪਿੰਡਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਢਾਲ ਬਣ ਕੇ ਖੜੇ ਕਿਉਂ ਨਹੀਂ ਆ ਕੇ ਉਸ ਮੈਦਾਨ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਆ, ਤੁਹਾਡੇ ਨਾਲ ਧੱਕਾ ਹੋ ਰਿਹਾ, ਕਾਨੂੰਨ ਦੇ ਨਾਲ ਵੀ ਖਿਲਵਾੜ ਹੋ ਰਿਹਾ, ਅਸੀਂ ਨਾਲ ਆ। ਇਹ ਤੰਦਾਂ ਨੇ ਜਿਹੜੀਆਂ ਕਮਜ਼ੋਰ ਹੋ ਗਈਆਂ ਨੇ, ਜਿਹਨੂੰ ਮੁੜ ਕੇ ਬੁਣਨ ਦਾ ਸਵਾਲ ਹੈ, ਜਿਹਨੂੰ ਮੁੜ ਕੇ ਮਤਲਬ ਇਕੱਠੀਆਂ ਕਰਨ ਦਾ ਸਵਾਲ ਹੈ, ਇਕੱਲੇ ਸੱਦਿਆਂ ਦਾ ਸਵਾਲ ਨਹੀਂ ਹੈ। ਤੇ ਜਦੋਂ ਸੱਥ 'ਚ ਬੈਠੇ ਬੰਦੇ, ਮੈਨੂੰ ਕਿੰਨਿਆਂ ਥਾਂ ਤੇ ਕਹਿੰਦੇ ਨੇ ਲੋਕ ਵੀ ਸੱਥ 'ਚ ਬੈਠੇ ਜਦੋਂ ਮਨਰੇਗਾ ਵਾਲੀਆਂ ਬੀਬੀਆਂ ਜਾਂਦੀਆਂ ਨੇ ਤਾਂ ਨਾਰਮਲੀ ਟੀਚਰ ਕੀਤੀ ਜਾਂਦੀ ਹੈ ਕਿ ਇਹ ਜਾਣਗੀਆਂ ਹੁਣ ਵਿਹਲੀਆਂ ਬੈਠ ਕੇ ਮੁੜੇ ਆਉਣਗੀਆਂ, ਦਿਹਾੜੀ ਲੈ ਕੇ ਘਰ ਨੂੰ ਜਾਣਗੀਆਂ ਤੇ ਇਹਨਾਂ ਨੇ ਕੰਮ ਹੀ ਨਹੀਂ ਕਰਨਾ। ਸਾਨੂੰ ਆਪਣਾ ਮੁਹਾਵਰਾ ਵੀ ਬਦਲਣਾ ਪਏਗਾ, ਸਾਨੂੰ ਆਪਣਾ ਸਿਸਟਮ ਵੀ ਉਸ ਦਾਇਰੇ ਦੇ ਵਿੱਚ ਲਿਆਉਣਾ ਪਏਗਾ। ਮਾਨਸਿਕਤਾ ਚੇਂਜ ਕਰਨ ਦਾ ਕੁਐਸਚਨ ਹੁੰਦਾ ਬੰਦਿਆਂ ਨੂੰ ਨਾਲ ਲੈਣ ਲਈ, ਉਹ ਤੋਂ ਬਿਨਾਂ ਨਹੀਂ ਆਊਗਾ ਕੋਈ ਵੀ। ਠੀਕ ਹੈ, ਕੋਈ ਵਿਰੋਧ ਨਹੀਂ ਕਰੂਗਾ, ਵਿਰੋਧ ਨੂੰ ਅਸੀਂ ਹਮਾਇਤ ਸਮਝਦੇ ਹਾਂ, ਮਤਲਬ ਨਾ ਵਿਰੋਧ ਨੂੰ, ਪਰ ਸਰਗਰਮ ਹਮਾਇਤ ਹੋਰ ਚੀਜ਼ ਹੁੰਦੀ ਹੈ। ਕਿਸੇ ਦਾ ਵਿਰੋਧ ਐ ਨਾ ਕਰਨਾ ਇਹ ਦੂਜੀ ਚੀਜ਼ ਹੁੰਦੀ ਹੈ। ਇਹਦੇ ਕਰਕੇ ਅੰਦਰ ਝਾਤੀ ਇਹ ਮਾਰਨੀ ਪਏਗੀ, ਕਿਉਂਕਿ ਅਜੇ ਤੱਕ ਸਾਡੇ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਕਿਸੇ ਕਿਸਾਨ ਲੀਡਰ ਨਾਲ ਗੱਲ ਕਰੋ ਜਿਹੜੇ ਕਾਫੀ ਲੰਮੇ ਸਮੇਂ ਤੋਂ ਅੰਦੋਲਨਾਂ 'ਚ ਨੇ, ਉਹ ਪ੍ਰਾਈਵੇਟ ਗੱਲਬਾਤ 'ਚ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਵਰਕਰਾਂ ਤੇ ਅਸਰ ਪੈਂਦਾ ਹੈ ਜੇਕਰ ਅਸੀਂ ਇਹ ਗੱਲ ਕਰਦੇ ਹਾਂ ਮਜ਼ਦੂਰਾਂ ਦੀ, ਤਾਂ ਕਿਉਂਕਿ ਜੇ ਜਾਤ ਪਾਤ ਦਾ ਕਾਫੀ ਜ਼ਿਆਦਾ ਤੇ ਸਾਡੇ ਵਰਕਰਾਂ ਤੇ ਉਲਟਾ ਅਸਰ ਪੈਂਦਾ ਕਿ ਤੁਸੀਂ ਕਿਹੜੇ ਪਾਸੇ ਵੱਲ ਲੱਗ ਗਏ। ਇਹਦਾ ਮਤਲਬ ਲੋਕਾਂ ਨੂੰ ਅਸੀਂ ਸੂਝ-ਬੂਝ ਦੇਣ ਦੇ ਮਾਮਲੇ 'ਚ ਜਾਂ ਬੇਬਾਕੀ ਦੇ ਮਾਮਲੇ 'ਚ, ਜਾਂ 500 ਸਾਲ ਪਹਿਲਾਂ ਜੇ ਗੁਰੂ ਨਾਨਕ ਕਹਿ ਸਕਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੰਗ ਰੀਸ, ਜੇ ਗੁਰੂ ਗੋਬਿੰਦ ਸਿੰਘ ਹਰ ਉਸ ਸੋ-ਕਾਲਡ ਹੇਠਲੀ ਜਾਤ ਨੂੰ ਲਿਆ ਕੇ ਅੰਮ੍ਰਿਤ ਦਾ ਬਾਟਾ ਇਕੱਠਾ ਬਣਾ ਸਕਦਾ 500 ਸਾਲ ਪਹਿਲਾਂ, ਅੱਜ ਤਾਂ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ, ਤਾਂ ਸਾਡੇ 'ਚ ਉਹ ਜ਼ਰੂਰਤ ਕਿਉਂ ਨਹੀਂ ਅੱਜ ਕਿ ਅਸੀਂ ਇਹ ਕਰ ਸਕਦੇ ਹਾਂ? ਅਸੀਂ ਉਸ ਪਾਸੇ ਲੈ ਕੇ ਜਾਣਾ ਸਮਾਜ, ਅਸੀਂ ਏਕਤਾ ਦੀ ਗੱਲ ਕਰ ਸਕਦੇ ਹਾਂ ਉਸ ਪੱਧਰ ਤੇ। ਤੇ ਸਾਰੇ ਗੁਰਦੁਆਰਿਆਂ 'ਚੋਂ ਸਾਰੇ ਕਿਤੋਂ ਆਵਾਜ਼ ਕਿਉਂ ਨਹੀਂ ਆਉਂਦੀ? ਗੁਰਦੁਆਰੇ ਅਲੱਗ-ਅਲੱਗ ਹੋ ਗਏ ਨੇ ਸਾਡੇ, ਤਾਂ ਹਰੇਕ ਜਾਤ ਦਾ ਅਲੱਗ ਹੈ, ਕਿਤੇ ਅਲੱਗ ਕਿਤੇ ਅਲੱਗ। ਹੁਣੇ 12 ਅਕਤੂਬਰ ਨੂੰ ਇੱਕ ਦਿਨ ਲੰਘਿਆ, 12 ਅਕਤੂਬਰ ਨੂੰ ਤੁਸੀਂ ਕਿਸੇ ਨੇ ਪੜ੍ਹਿਆ ਹੋਵੇ, ਸੁਣਿਆ ਹੋਵੇ, ਮੈਨੂੰ ਨਹੀਂ ਪਤਾ, ਕਈਆਂ ਨੂੰ ਨਹੀਂ ਪਤਾ, ਪਰ ਮੈਂ ਉਹ ਇਸ ਲਈ ਦੁਹਰਾ ਰਿਹਾ ਕਿਉਂਕਿ ਅਖਬਾਰਾਂ ਘੱਟ ਹੀ ਪੜ੍ਹੀਆਂ ਜਾਂਦੀਆਂ ਨੇ ਤੇ ਕੋਈ ਐਡੀ ਗੱਲ ਨਹੀਂ ਆ। ਔਰ ਉਹ ਵੀ ਉਹ ਸੀਰੀਅਸ ਅਖਬਾਰਾਂ ਉਦੋਂ ਵੀ ਘੱਟ ਪੜ੍ਹੀਆਂ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਦੀ ਗੱਲ ਉਸ ਨੂੰ ਪਹੁੰਚਾਉਂਦੀ ਹੈ। ਔਰ ਇਹ ਸਮਾਜ ਦਾ ਬਹੁਤ ਬੜਾ ਡਰਾਬੈਕ ਹੁੰਦਾ ਹੈ, ਕਿਉਂਕਿ ਜਦੋਂ ਤੁਸੀਂ ਸੋਝੀ ਲੈਣੀ ਹੈ ਤਾਂ ਕੋਈ ਚੀਜ਼ਾਂ ਨਾਲ ਜੁੜਨਾ ਪੈਂਦਾ। ਉਹ ਕੀ ਸੀ? 1 ਸਦੀ ਪਹਿਲਾਂ, 500 ਸਾਲ ਪਹਿਲਾਂ ਗੁਰੂ ਇਹ ਕਹਿ ਰਿਹਾ ਕਿ ਸਭ ਬਰਾਬਰ ਨੇ, ਜਿਹੜਾ ਸਿੱਖ ਹੈ ਉਹ ਸਿੱਖ ਹੈ, ਉਹਦੀ ਕੋਈ ਜਾਤ ਨਹੀਂ।
ਤਾਂ ਉਸ ਤੋਂ ਪਹਿਲਾਂ ਕਬਜ਼ਾ ਜਿਹੜਾ ਮਹੰਤਾਂ ਦਾ ਹੁੰਦਾ ਹੈ ਉਹ ਦਲਿਤਾਂ ਦੇ ਅੱਡ ਦਿਨ ਅਕਾਲ ਤਖਤ ਤੇ ਜਾਣ ਲਈ ਹੁੰਦੇ ਨੇ, ਦਰਬਾਰ ਸਾਹਿਬ ਜਾਣ ਲਈ। ਦਲਿਤ ਕਮਿਊਨਿਟੀ ਉਹਨਾਂ ਦਿਨਾਂ 'ਚ ਨਹੀਂ ਜਾ ਸਕਦੀ ਜਦੋਂ ਸੋ ਕਾਲਡ ਉੱਚ ਜਾਤੀ ਦੇ ਜਾਂਦੇ ਨੇ। ਉਸ ਪਹਿਲਾ ਦਿਨ ਸੀ ਉਹ, ਜਿਹੜੇ ਪੜ੍ਹੇ ਲਿਖੇ ਮਨੁੱਖ ਸੀ, ਉਹਦਾ ਰੋਲ ਕੀ ਹੈ। ਖਾਲਸਾ ਕਾਲਜ ਦਾ ਪ੍ਰਿੰਸੀਪਲ, ਖਾਲਸਾ ਕਾਲਜ ਦੇ ਪ੍ਰੋਫੈਸਰ ਅੰਮ੍ਰਿਤਸਰ ਦੇ, ਉਹਨਾਂ ਨੇ ਲੀਡ ਕੀਤੀ ਤੇ ਉਹ 12 ਅਕਤੂਬਰ ਨੂੰ ਦਲਿਤਾਂ ਦੀ ਦੇਗ ਬਣਾਈ ਤੇ ਉਹ ਲੈ ਕੇ ਪੁਜਾਰੀਆਂ ਕੋਲ ਗਏ ਤੇ ਉਹਨਾਂ ਨੇ ਅਰਦਾਸ ਕਰਨ ਦੀ ਗੱਲ ਕੀਤੀ। ਪੁਜਾਰੀਆਂ ਨੇ ਰਜਿਸਟ ਕੀਤਾ, ਪਰ ਉਹ ਤੇਜਾ ਸਿੰਘ ਭੁੱਚਰ ਵਰਗੇ ਬੰਦੇ ਜਿਹੜੇ ਕਿਸਾਨੀ ਚੋਂ ਸੀ, ਕੋਈ ਉਹਦੇ ਚੋਂ ਨਹੀਂ ਸੀ। ਲਲਕਾਰਿਆ ਉਹਨੇ ਉਹਨਾਂ ਨੂੰ, ਔਰ ਉਹ ਛੱਡ ਕੇ ਭੱਜ ਗਏ। ਅਕਾਲ ਤਖਤ ਤੋਂ ਵੀ ਬੰਦਾ ਭੱਜ ਗਿਆ ਛੱਡ ਕੇ। ਉਸ ਦਿਨ ਤੋਂ ਇੱਕ ਕਾਮਨ ਸਿਸਟਮ ਚੱਲਿਆ ਕਿ ਨਹੀਂ, ਦੇਖ ਸਭ ਦੀ ਇੱਕੋ ਹੀ ਹੈ, ਬਾਕੀ ਚੀਜ਼ਾਂ ਸਭ ਦੀਆਂ ਇੱਕੋ ਨੇ ਉਸੇ ਲੈਵਲ ਤੇ। ਉਸੇ ਦਿਨ 17 ਮੈਂਬਰੀ ਅਕਾਲ ਤਖਤ ਦੀ ਕਮੇਟੀ ਬਣੀ। 25 ਬਣਾਉਂਦੇ ਸੀ, 25 ਬੰਦੇ ਨਹੀਂ ਮਿਲੇ ਅਜੇ, ਉਹ ਬਾਅਦ ਚ ਪਾਉਣੇ ਸੀ, ਤੇ 17 ਨੇ ਇਹ ਕੰਮ ਸ਼ੁਰੂ ਕੀਤਾ ਉੱਥੇ। ਔਰ ਅਜੇ ਤੱਕ ਵੀ ਉਹ ਚੀਜ਼ਾਂ ਬਹੁਤ ਹਜੇ ਸਾਡੇ ਸਾਹਮਣੇ ਹੈਗੀਆਂ ਨੇ, ਜਿਹੜੇ ਵਖਰੇਵੇਂ ਨੇ। ਜਿੰਨਾ ਚਿਰ ਅੰਦਰ ਝਾਤ ਮਾਰ ਕੇ ਉਹਨਾਂ ਵਖਰੇਵਿਆਂ ਨੂੰ ਦੂਰ ਕਰਨ ਦੀ ਗੱਲ ਨਹੀਂ ਹੋਏਗੀ, ਅੰਦੋਲਨ ਸਾਂਝਾ ਨਹੀਂ ਹੋ ਸਕਦਾ। ਅੰਦੋਲਨ ਲਈ ਪ੍ਰਚਾਰ ਇੱਕੋ ਦਿਨ ਹੱਲ ਨਹੀਂ ਹੋਣਾ, ਪਰ ਕਹਿਣਾ ਸ਼ੁਰੂ ਕਰ ਦਾਂਗੇ ਤਾਂ ਅੰਦੋਲਨ ਨੇੜੇ ਲੱਗਣਾ ਸ਼ੁਰੂ ਹੋ ਜਾਏਗਾ, ਤਾਂ ਲੋਕ ਆਪਸਦਾਰੀ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਦਲਿਤ ਅੰਦੋਲਨ ਲੰਮੇ ਸਮੇਂ ਤੋਂ ਲੜਿਆ ਜਾ ਰਿਹਾ ਹੈ। ਕਿਸਾਨੀ ਅੰਦੋਲਨ ਤੇ ਦਲਿਤ ਅੰਦੋਲਨ ਦਾ ਇੱਕ ਫਰਕ ਹੈ, ਕਿਉਂਕਿ ਕਿਸਾਨਾਂ ਕੋਲ ਰੋਜੀ ਰੋਟੀ ਦਾ ਉੱਡਾ ਇੱਕ ਜਰੀਆ ਹੈ ਕਿ ਉਹ 2 ਮਹੀਨੇ ਰੇਲਵੇ ਲਾਈਨ ਤੇ ਬੈਠ ਕੇ ਉਹਦਾ ਚੁੱਲ੍ਹਾ ਨਹੀਂ ਖੜਦਾ। ਦਲਿਤ ਵਿਅਕਤੀ 2 ਮਹੀਨੇ ਬੈਠ ਕੇ ਉਹਦਾ ਚੁੱਲ੍ਹਾ ਖੜਦਾ ਹੈ, ਉਹ 2 ਦਿਹਾੜੀਆਂ ਨਹੀਂ ਛੱਡ ਸਕਦਾ, ਉਹ 3 ਦਿਹਾੜੀਆਂ ਨਹੀਂ ਛੱਡ ਸਕਦਾ, ਉਹ ਇੰਨੇ ਦੇਰ ਨਹੀਂ ਜਾ ਸਕਦਾ। ਉਹਦੇ ਅੰਦੋਲਨ ਨੂੰ ਇਸ ਕਰਕੇ ਉਹ ਬਲ ਨਹੀਂ ਮਿਲ ਰਿਹਾ, ਤੇ ਉਹ ਬਲ ਕਿਹਨੇ ਦੇਣਾ ਸੀ? ਇਹ ਲੰਗਰ ਉਹਦੇ ਅੰਦੋਲਨ ਲਈ ਕਿਉਂ ਨਹੀਂ ਲੱਗਦਾ ਜਦੋਂ ਉਹ ਅੰਦੋਲਨ ਕਰ ਰਿਹਾ? ਇਹ ਫੀਸ ਉਹਦੇ ਬੱਚਿਆਂ ਲਈ ਕਿਉਂ ਨਹੀਂ ਭਰੀ ਜਾਂਦੀ ਜਦੋਂ ਉਹ ਗੱਲ ਕਰ ਰਿਹਾ? ਪੰਜਾਬ ਦੇ ਆਬਾਦੀ ਦਾ ਪ੍ਰੋਫਾਈਲ ਦੇਖਣਾ ਬਹੁਤ ਜ਼ਰੂਰੀ ਹੈ। ਪਿੰਡਾਂ 'ਚ 37% ਦਲਿਤ ਪਾਪੂਲੇਸ਼ਨ ਹੈ ਤੇ 21% ਕਿਸਾਨੀ ਪਾਪੂਲੇਸ਼ਨ। 37% ਬੰਦਿਆਂ ਨੂੰ ਦਰਕਨਾਰ ਪੂਰੇ ਪੰਜਾਬ 'ਚ 32% ਹੈ। 54 ਲੱਖ ਟੋਟਲ ਫੈਮਿਲੀ ਹੈ ਪੰਜਾਬ ਦੇ ਵਿੱਚ, ਤੇ 32 ਲੱਖ ਪਰਿਵਾਰ ਪਿੰਡਾਂ 'ਚ ਰਹਿੰਦੇ ਨੇ। ਉਹਨਾਂ 32 ਲੱਖ 'ਚੋਂ 37% ਆਬਾਦੀ ਨੂੰ ਤੁਸੀਂ ਬਾਹਰ ਛੱਡ ਕੇ, ਜਿਨ੍ਹਾਂ ਦੀ ਆਮਦਨ 5000 ਰੁਪਏ ਮਹੀਨੇ ਤੋਂ ਵੀ ਘੱਟ ਹੈ। ਅੱਜ ਦੇ ਦੌਰ ਦੇ ਵਿੱਚ 5000 ਰੁਪਏ ਮਹੀਨੇ ਤੋਂ ਘੱਟ ਆਮਦਨ, ਕੁਝ ਮੁਲਾਜ਼ਮ ਛੱਡ ਦੋ ਦਲਿਤਾਂ ਚੋਂ ਜਾਂ ਕੁਝ ਹੋਰ ਜਿਨ੍ਹਾਂ ਦਾ ਮਨ ਜਾ ਕਿੱਤਾ ਠੀਕ ਚੱਲ ਗਿਆ, ਬਾਕੀ ਵੱਡੇ ਪੱਧਰ ਤੇ ਉਹ ਨੇ। ਕੁਝ ਜਨਰਲ ਕਾਸਟ ਚੋਂ ਵੀ ਗਰੀਬ ਆਦਮੀ ਹੋਰ ਨੇ ਜਿਹੜੇ ਜਿਨ੍ਹਾਂ ਦੀ ਆਮਦਨ ਬਹੁਤ ਹੋ ਗਈ। ਇਹਨਾਂ ਚੀਜ਼ਾਂ ਨੂੰ ਵੀ ਪਿੰਨ ਪੁਆਇੰਟ ਕਰ, ਕਿਉਂਕਿ ਜਿਹੜੀ ਸਮਾਜ ਆ ਉਹ ਇੱਕੋ ਜਿਹਾ ਨਹੀਂ ਹੁੰਦਾ, ਉਹਦੇ 'ਚ ਪਰਤਾਂ ਨੇ ਬਹੁਤ ਜ਼ਿਆਦਾ, ਤੇ ਉਹ ਪਰਤਾਂ ਨੂੰ ਵੀ ਸਮਝ ਕੇ ਹੀ ਤੁਸੀਂ ਕਿਸੇ ਗੱਲ ਦੀ ਉਹ ਕਰ ਸਕਦੇ ਹੋ। ਸੰਗਰੂਰ ਦੇ ਵਿੱਚ ਖਾਸ ਤੌਰ ਤੇ 11 ਸਾਲਾਂ ਤੋਂ ਕੇਵਲ ਇੱਕ ਗੱਲ ਤੇ ਲੜਾਈ ਹੋ ਰਹੀ ਹੈ। ਉਹ ਕੀ ਹੈ? ਕਾਨੂੰਨ ਬਣਿਆ। ਕਾਨੂੰਨ ਇਹ ਬਣਿਆ ਕਿ ਜਿਹੜੀ ਸ਼ਾਮਲਾਟ ਜ਼ਮੀਨ ਹੈ ਉਹਦਾ ਤੀਜਾ ਹਿੱਸਾ ਦਲਿਤ ਪਰਿਵਾਰਾਂ 'ਚੋਂ ਕੋਈ ਬੋਲੀ ਦੇ ਸਕਦਾ, ਉਹੀ ਉਹਨੂੰ ਵਾਹ ਸਕਦਾ, ਉਹ ਸਬਲੈਟ ਨਹੀਂ ਕੀਤੀ ਜਾ ਸਕਦੀ। ਤਾਂ ਜੇਲ੍ਹਾਂ 'ਚ ਕਿਉਂ ਜਾਣਾ ਪੈਂਦਾ ਬਾਰ-ਬਾਰ? ਇਹ ਗੱਲ ਕਿਉਂ ਨਹੀਂ ਲਾਗੂ ਹੋ ਰਹੀ? ਕਾਨੂੰਨ ਕਿਉਂ ਨਹੀਂ ਲਾਗੂ ਹੋ ਰਿਹਾ? ਇਹਦੇ 'ਚ ਬਾਕੀ ਲੋਕ ਖੜਦੇ ਕਿਉਂ ਨਹੀਂ? ਭਾਈ ਇਹ ਤਾਂ ਕਾਨੂੰਨ ਹੈ, ਇਹ ਤਾਂ ਸੁਭਾਵਿਕ ਹੀ ਮਿਲ ਜਾਣਾ ਚਾਹੀਦਾ। ਜੇਕਰ ਕਾਨੂੰਨ ਹੈ ਤੇ ਇਹਦੇ ਲਈ ਹੋ ਰਹੀ ਹੈ ਨਾ, ਇੱਕ ਕਾਨੂੰਨ ਬਣਿਆ ਹੋਇਆ ਜਿਹਨੂੰ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਸਪੋਰਟ ਦੇ ਲਈ ਮਾਰਨੀ ਪਏ, ਮੰਨਣਾ ਚਾਹੀਦਾ ਹੈ ਸਭ। ਉਹਦੇ ਰਸਤੇ ਦੀਆਂ ਕਦਮੀ ਮੁਹਿੰਮ ਹੁੰਦੀ ਹੈ। ਕੱਲੀ ਪੋਲਿਟਿਕਸ ਆਪਦੇ ਆਪ ਕੁਝ ਨਹੀਂ ਹੁੰਦੀ, ਜੇਕਰ ਸਮਾਜਿਕ ਸੱਭਿਆਚਾਰਕ ਤਬਦੀਲੀਆਂ ਨਾਲ ਨਹੀਂ ਨਾਲ ਚੱਲਦੀਆਂ ਤੇ ਸਾਡੇ ਸਮਾਜ 'ਚ ਲਗਭਗ 1 ਲੱਖ ਨੁਮਾਇੰਦਾ ਪੰਚਾਇਤੀ ਰਾਜ ਸੰਸਥਾਵਾਂ ਦਾ, ਉਹ 'ਚੋਂ ਲਗਭਗ 50,000 ਬੀਬੀ ਹੈ। ਅਸੀਂ ਮਾਹੌਲ ਕਿੱਥੇ ਬਣਾਇਆ ਹੋਇਆ ਕਿ ਬੀਬੀਆਂ ਆਪ ਕੰਮ ਕਰ ਲੈਣਗੇ? ਕੋਈ ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ ਦਾ ਕਿਤੇ ਹੈ ਮਾਹੌਲ? ਉਹ ਕਿਹਨੇ ਬਣਾਉਣਾ? ਕਿਤੇ ਵੀ ਮਾਹੌਲ ਹੈ? ਕਿਸੇ ਵੀ ਪਿੰਡ 'ਚ ਔਰਤਾਂ ਦੇ ਬੈਠਣ ਲਈ ਕੋਈ ਸੱਥ ਹੈ? ਸਾਰੀਆਂ ਸੱਥਾਂ ਮੇਲ ਮੈਂਬਰ ਨਹੀਂ।
ਇੱਕ ਪੁਰਾਣਾ ਜ਼ਮਾਨਾ ਸੀ ਜਦੋਂ ਕੁੜੀਆਂ ਦੀ ਆਪਸੀ ਗੱਲਬਾਤ ਹੁੰਦੀ, ਦਰੀਆਂ ਦੁਰੀਆਂ ਬੁਣਦੇ, ਚਰਖੇ ਚੁਰਖੇ ਕਰਦੇ, ਉਹ ਵੀ ਖਤਮ ਹੋ ਗਿਆ ਤੇ ਨਵਾਂ ਕੁਛ ਅਸੀਂ ਜ਼ਰੀਆ ਹੀ ਹੈ। ਤੇ ਸਾਡੇ ਕੋਲ ਕਿਵੇਂ ਇੱਕ ਲਈ ਖੇਤੀ ਕਰਦਾ ਹੈ ਕਿਸਾਨੀ ਦੇ ਰੂਪ ਦੇ ਵਿੱਚ 11 ਕਰੋੜ ਦੇ ਵਿੱਚੋਂ ਖੇਤੀ ਚੋਂ ਕੱਢ ਕੇ ਕਿੱਥੇ ਲਿਜਾਓਗੇ, ਜਿੱਥੇ ਪਹਿਲਾਂ ਹੀ ਉਹਨਾਂ ਸ਼ਹਿਰਾਂ ਦੇ ਵਿੱਚ 12 ਕਰੋੜ ਮਜ਼ਦੂਰਾਂ ਕੋਰੋਨਾ ਦੇ ਸੋਕਾਲ ਲੋਕਾਂ ਨੇ ਪੈਦਲ ਜਾਂਦਾ ਦੇਖੇ। ਸ਼ਹਿਰਾਂ ਵਿੱਚ ਨਹੀਂ ਚੱਲਿਆ ਰੋਟੀ ਦੇ ਰੋਟੀ ਦੇ ਚਾਰ ਹਜ਼ਾਰ ਕਿਲੋਮੀਟਰ 2-2 ਕਿਲੋਮੀਟਰ 500 ਕਿਲੋਮੀਟਰ ਲੋਕ ਪੈਦਲ ਚੱਲੇ ਨੇ। ਇਹ ਸੀਨ ਤਾਂ ਅਸੀਂ ਆਪਣੇ ਅੱਖਾਂ ਨਾਲ ਦੇਖੇ ਨੇ ਨਾ। ਤਾਂ ਉਹ ਟੋਟਲ ਡਿਜ਼ਾਈਨ ਜਿਹੜਾ ਹੁਣ ਤੱਕ ਅਸੀਂ ਲਾਗੂ ਕਰਨ ਦੀ ਗੱਲ ਕਰਦੇ ਹਾਂ, ਜਿਹੜੀ ਭਾਸ਼ਣਬਾਜ਼ੀ ਦੀ ਗੱਲ ਕਰਦੇ ਹਾਂ, ਜਿਹੜਾ ਮਾਡਲ ਅਸੀਂ ਸਿਰਜਣ ਦੀ ਗੱਲ ਕਰਦੇ ਹਾਂ, ਇਹ ਆਊਟਡੇਟਡ ਹੋ ਗਿਆ, ਪੁਰਾਣਾ ਹੋ ਗਿਆ, ਅੱਜ ਦੇ ਜ਼ਮਾਨੇ ਦੇ ਮੇਚ ਦਾ ਨਹੀਂ ਹੈ। ਇਹਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਸਿਰ ਜੋੜ ਕੇ ਬੈਠਣਾ ਪਏਗਾ ਕਿ ਅੱਜ ਦੇ ਜ਼ਮਾਨੇ ਦਾ ਮਾਡਲ ਫਿਰ ਕੀ ਹੋ ਸਕਦਾ, ਖੇਤੀ ਦੇ ਮਾਮਲੇ 'ਚ ਵੀ ਤੇ ਬਾਕੀ ਦੇ ਮਾਮਲੇ ਦੇ ਵਿੱਚ। ਇਸ ਸਾਰੇ ਮਾਮਲੇ ਦੇ ਵਿੱਚ ਯੂਥ ਦਾ ਇਸ ਕਰਕੇ ਜ਼ਰੂਰੀ ਹੈ, ਉਹਦੇ ਕੋਲ ਬਿਨਾਂ ਸਖਤ ਦਿਮਾਗ ਵੀ ਉਦੋਂ ਹੀ ਜ਼ਿਆਦਾ ਕੰਮ ਕਰਦਾ ਜਦੋਂ ਤੁਹਾਡੇ 'ਚ ਸਰੀਰਕ એનર્ਜੀ ਜ਼ਿਆਦਾ ਹੁੰਦੀ ਹੈ, ਤੇ ਜ਼ਿਆਦਾ ਘੰਟੇ ਜਾਗਣ ਦਾ ਕੰਮ ਵੀ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਕੋਲ એનર્ਜੀ ਜ਼ਿਆਦਾ ਹੁੰਦੀ ਹੈ। ਤੇ ਦੂਜਾ ਤਾਂ ਬੰਦਾ ਬਜ਼ੁਰਗ ਆਦਮੀ ਥੱਕ ਜਾਂਦਾ, ਉਸ ਤੋਂ ਬਾਅਦ ਅਗਲੇ ਦਿਨ ਨਹੀਂ ਉੱਠਦਾ, ਫਿਰ ਜੇ ਇੱਕ ਦਿਨ ਜ਼ਿਆਦਾ ਜਾਗੋ ਜਾਂ ਬਾਕੀ ਹੈ। ਊਰਜਾ ਨਾਲ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਦੂਜੀ ਗੱਲ ਹੈ ਕਿ ਇੱਕ ਬੰਦੇ ਦਾ ਥੋੜਾ ਸਮਾਂ ਰਹਿ ਜਾਂਦਾ, ਦੂਜੇ ਬੰਦੇ ਕੋਲ ਜ਼ਿੰਦਗੀ ਪਈ ਹੈ ਬਹੁਤ ਵੱਡੀ, ਉਹਦੇ ਕੋਲ ਬਹੁਤ ਵੱਡਾ ਨਿਸ਼ਾਨਾ ਪਿਆ ਹੈ। ਉਹਨੂੰ ਵਿੱਚ ਸ਼ਾਮਲ ਕੀਤੇ ਬਿਨਾਂ ਜੇ ਉਹਨੂੰ ਕੋਈ ਸੁਪਨਾ ਨਹੀਂ ਦਿੱਤਾ ਜਾਂਦਾ, ਉਹ ਆਪਣੇ ਸੁਪਨੇ ਦੇ ਮਗਰ ਦੌੜ ਨਹੀਂ ਲਾਉਂਦਾ, ਤਾਂ ਕੋਈ ਤਬਦੀਲੀ ਨਹੀਂ ਹੁੰਦੀ ਕਿਸੇ ਵੀ ਪੱਖ ਤੋਂ। ਇਹ ਸਾਰੀ ਦੁਨੀਆ ਦਾ ਤਜਰਬਾ, ਇਕੱਲਾ ਸਾਡੇ ਦੇਸ਼ ਦਾ ਤਜਰਬਾ ਨਹੀਂ ਹੈ। ਪਰ ਸਾਡੇ ਨੌਜਵਾਨ ਦੀ ਜਿਹੜੀ ਸੋਝੀ ਦਾ ਸਵਾਲ ਹੈ, ਬਹੁਤ ਜ਼ਿਆਦਾ ਖਾਸ ਤੌਰ ਤੇ ਨੌਜਵਾਨਾਂ ਨੂੰ ਆਪ ਆਪਣੀਆਂ ਮੀਟਿੰਗਾਂ ਆਪਣੇ ਤਰੀਕੇ ਨਾਲ ਗੱਲ ਕਰਨੀ ਪਏਗੀ। ਔਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਉਹ ਆਉਂਦੇ ਕਿਉਂ ਨਹੀਂ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਬਹੁਤ ਪੰਚਾਇਤਾਂ ਕਹਿੰਦੀਆਂ ਨੇ ਕਿ ਵੀ ਅਸੀਂ ਗ੍ਰਾਮ ਸਭਾ ਬੁਲਾਉਂਦੇ ਹਾਂ, ਬੰਦੇ ਆਉਂਦੇ ਹੀ ਨਹੀਂ। ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਗ੍ਰਾਮ ਸਭਾ ਬੁਲਾਉਂਦੇ ਹੋ, ਕੀ ਕਹਿ ਕੇ ਬੁਲਾਉਂਦੇ ਹੋ? ਪਿੰਡ ਦਾ ਤੁਹਾਨੂੰ ਪ੍ਰੋਫਾਈਲ ਪਤਾ ਕਿ ਕਿੰਨੇ ਬੰਦੇ ਕਿਹੜੀ ਕਾਸਟ ਦੇ ਨੇ, ਕਿਹੜੇ ਕਿੱਤੇ ਦੇ ਨੇ, ਉਹ ਕੀ ਕਰਦੇ ਨੇ, ਉਹਦੀ ਲੋੜ ਕੀ ਹੈ? ਪਹਿਲਾਂ ਇਹ ਸਟੱਡੀ ਕਰੋ। ਜੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ, ਫਿਰ ਗ੍ਰਾਮ ਸਭਾ ਦਾ ਏਜੰਡਾ ਉਹਦੇ ਮੁਤਾਬਕ ਬਣਾਓ। ਮਨਰੇਗਾ ਵਾਲਾ ਦਾ ਮਨਰੇਗਾ ਦੇ ਮੁਤਾਬਕ ਬਣਾਓ, ਕਿਸੇ ਹੋਰ ਪੈਨਸ਼ਨ ਵਾਲਾ ਪੈਨਸ਼ਨ ਦੇ ਮੁਤਾਬਕ ਬਣਾਓ ਕਿ ਉਹਦੀ ਨਿਸ਼ਾਨਦੇਹੀ ਉੱਥੇ ਹੋਏਗੀ। ਕਿਸੇ ਹੋਰ ਕਿੱਤੇ ਵਾਲੇ ਬੰਦੇ ਨੇ, ਕੋਈ ਘਰਾਂ ਵਾਲੇ ਬੰਦੇ ਨੇ, ਕਿਸੇ ਦੇ ਗਰਾਂਟਾਂ ਘਰਾਂ ਦਾ ਸਵਾਲ ਨੇ, ਉਹ ਆਪਣੇ ਢੰਗ ਨਾਲ ਬਣਾਓ। ਪਾਣੀ ਦੇ ਵਿਕਾਸ ਦਾ ਏਜੰਡਾ ਕਿਸੇ ਏਰੀਏ ਦਾ, ਕਿਸੇ ਪਿੰਡ ਦੇ ਕਿਸੇ ਅਲੱਗ ਗਲੀ ਦਾ, ਤੇ ਉਹਦੇ ਮੁਤਾਬਕ ਉਹ ਏਜੰਡਾ ਉਹਦੇ ਮੁਤਾਬਕ ਬਣਾਓ। ਜਦ ਉਹਨਾਂ ਨੂੰ ਲੱਗੂਗਾ ਕਿ ਮੇਰਾ ਵੀ ਹਿੱਤ ਉੱਥੇ ਸੁਣਿਆ ਜਾਣਾ ਹੈ, ਮੇਰੀ ਸਮੱਸਿਆ ਨਾਲ ਵੀ ਉਹ ਉੱਥੇ ਗੱਲ ਹੋਣੀ ਹੈ, ਉਹ ਕਿਉਂ ਨਹੀਂ ਆਊਗਾ? ਨਹੀਂ ਤਾਂ ਉਹ ਕਹੂਗਾ ਕਿ ਉੱਥੇ ਕੋਈ ਸੁਣਵਾਈ ਤਾਂ ਇਹ ਜੀ ਹੁੰਦੀ ਨਹੀਂ ਅੱਜ ਕੱਲ੍ਹ, ਤੇ ਮੈਂ ਦਿਹਾੜੀ ਕਿਉਂ ਛੱਡਾਂ, ਮੈਂ ਆਪਣਾ ਕੰਮ ਕਿਉਂ ਛੱਡਾਂ, ਮੈਂ ਕਿਤੇ ਤੁਹਾਡੇ ਲਈ ਆਵਾਂ ਕਿਉਂ? ਏਜੰਡੇ ਤੋਂ ਬਿਨਾਂ ਲੋਕਾਂ ਦੀ ਸ਼ਮੂਲੀਅਤ ਸੰਭਵ ਨਹੀਂ ਹੁੰਦੀ। ਉਹ ਸਾਰੀਆਂ ਚੀਜ਼ਾਂ, ਉਹਦੇ ਲਈ ਸਭ ਤੋਂ ਪਹਿਲੀ ਗੱਲ ਇਹ ਜ਼ਰੂਰੀ ਹੁੰਦੀ ਹੈ ਕਿ ਤੁਹਾਨੂੰ ਪਿੰਡ ਬਾਰੇ ਪਤਾ ਹੈ। ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਪਿੰਡ 'ਚ ਚੋਣਾਂ ਜਿੱਤਣ ਵਾਲੀਆਂ ਪੰਚਾਇਤਾਂ ਤੋਂ ਲੈ ਕੇ ਪਿੰਡ 'ਚ ਸਾਰੇ ਰਹਿਣ ਵਾਲੇ ਬੰਦਿਆਂ ਤੋਂ ਲੈ ਕੇ ਪਿੰਡ ਬਾਰੇ ਨਹੀਂ ਪਤਾ ਹੁੰਦਾ। ਪਿੰਡ ਦੀ ਇੱਕ ਜਨਰਲ ਅੰਡਰਸਟੈਂਡਿੰਗ ਹੁੰਦੀ ਹੈ ਵੀ ਸਾਡੇ ਪਿੰਡ ਇੰਨੀ ਆਬਾਦੀ ਹੈ, ਇੰਨੀਆਂ ਵੋਟਾਂ ਨੇ। ਉਹਦੀਆਂ ਜਿਹੜੀਆਂ ਪਰਤ ਦਰ ਪਰਤ ਸਮੱਸਿਆਵਾਂ ਨੇ, ਉਹ ਤਾਂ ਕਿਉਂ ਮੈਂ ਕਹਿ ਰਿਹਾ ਕਿਉਂਕਿ ਜਿੰਨੇ ਮੈਂ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਵਿੱਚ ਗਿਆ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਜਿੰਨੇ ਮੈਂ ਨਸ਼ੇ ਨਾਲ ਮਾਰੇ ਗਏ, ਮਾਝੇ 'ਚ ਖਾਸ ਤੌਰ ਤੇ ਗਿਆ, ਜਿਹੜੇ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ ਬੱਚੇ ਨੇ, ਕੋਈ ਪਿੰਡ ਵੱਲੋਂ ਸਹਾਇਤਾ ਨਹੀਂ ਮਿਲੀ, ਕੋਈ ਬੰਦਾ ਉਹਨਾਂ ਦੇ ਘਰ ਨਹੀਂ ਗਿਆ, ਕੋਈ ਕਿਤੇ ਉਹਨਾਂ ਦੇ ਨਾਲ ਸਹਿਚਾਰ ਨਹੀਂ ਰੱਖ ਰਿਹਾ।
ਸਾਰੇ ਬੰਦੇ ਆਪਣੀ ਆਪਣੀ ਜ਼ਿੰਦਗੀ ਜਿਉ ਰਹੇ ਨੇ ਆਲੇ ਦੁਆਲੇ। ਮੈਂ ਆ ਕੇ ਖਬਰ ਲਿਖਦਾ ਤੇ ਭਗਵੰਤ ਮਾਨ ਦੇ ਪਿੰਡ ਦਾ ਕੁਐਸਚਨ ਹੈ, ਉਹਦੇ ਪਿੰਡ ਦੀ ਮੈਂ ਇੱਕ ਖਬਰ ਲਿਖੀ। ਉਹ ਪੰਚਾਇਤ ਹਰ ਕਲੱਬ ਜਾ ਰਿਹਾ ਮੁੜ ਕੇ ਉਹਦੇ ਘਰ, ਉਹ ਬੀਬੀ ਦੇ, ਕਿ ਤੂੰ ਸਾਨੂੰ ਹੀ ਦੱਸ ਦਿੰਦੀ, ਅਸੀਂ ਉੱਥੇ ਰਾਜਤਾ ਕਰ ਦਿੰਦੇ ਪ੍ਰਬੰਧਦਾਰ ਖਾਣੇ ਦਾਣੇ ਦਾ। ਉਹ ਕਹਿੰਦੇ ਤੁਹਾਨੂੰ ਤਾਂ ਦਿਖਦਾ ਹੀ ਆ, ਮੈਂ ਤੁਹਾਨੂੰ ਤਾਂ ਦੱਸ ਹੀ ਰਿਹਾ, ਮੇਰਾ ਤਾਂ ਤੁਸੀਂ ਕਰ ਨਹੀਂ ਰਹੇ। ਮਤਲਬ ਇੱਕ ਅਖਬਾਰ ਦੇ ਥਰੂ ਜਾ ਕੇ ਪਿੰਡ ਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਪਿੰਡ 'ਚ ਬੀਬੀ, ਉਹਦੀ ਆਹ ਹਾਲਤ ਹੈ, ਘਰ ਵਾਲਾ ਮਰ ਗਿਆ, ਆਪ ਪੋਲੀਓ 'ਚ ਉਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਉਹਦੀਆਂ 3 ਧੀਆਂ ਨੇ, ਇੱਕ ਧੀ ਬਹੁਤ ਜ਼ਿਆਦਾ ਕਾਬਲ ਹੈ, 9ਵੀਂ 'ਚ ਪੜ੍ਹਦੀ ਕੁੜੀ, ਫਰਾਟੇਦਾਰ ਅੰਗਰੇਜ਼ੀ ਬੋਲਦੀ ਹੈ, ਸਰਕਾਰੀ ਸਕੂਲ 'ਚ ਪੜ੍ਹ ਕੇ, ਤੇ ਤੁਸੀਂ ਉਸ ਲੈਵਲ ਦੇ ਬੱਚਿਆਂ ਦਾ ਕੁਐਸਚਨ ਹੈ, ਸਾਨੂੰ ਪਤਾ ਹੈ ਨਹੀਂ। ਅਸੀਂ ਸੌਂਦੇ ਆ ਪਿੰਡ 'ਚ, ਰਹਿੰਦੇ ਆ, ਆਪਣੇ ਪਰਿਵਾਰਾਂ 'ਚ ਜ਼ਿੰਦਗੀ ਜਿਉਂਦੇ ਆ, ਪਰ ਆਲੇ ਦੁਆਲੇ ਨਾਲ ਬਹੁਤ ਟੁੱਟੇ ਹੋਇਆ ਬੰਦਾ, ਭਾਈਚਾਰਾ ਟੁੱਟਦਾ। ਖੁਦਕਸ਼ੀ ਕੱਲੀ ਕਰਜ਼ੇ ਕਰਕੇ ਨਹੀਂ ਹੁੰਦੀ, ਭਾਈਚਾਰਾ ਦਾ ਟੁੱਟਣਾ ਇਹਦੇ 'ਚ ਬਹੁਤ ਵੱਡਾ ਰੋਲ ਹੈ। ਅੱਜ ਦੇ ਸਮਾਜ 'ਚ ਕੋਈ ਬੰਦਾ ਉਹਨੂੰ ਥਾਪੀ ਦੇਣ ਵਾਲਾ ਨਹੀਂ, ਕੋਈ ਨਹੀਂ ਕਰਜ਼ਾ ਕੁਰਜ਼ਾ ਕਿਹੜਾ ਉੱਪਰ ਡਿੱਗਦਾ, ਹੁੰਦਾ ਹੀ ਹੈ। 4 ਬੰਦੇ ਉਹਨੂੰ ਇਹ ਕਹਿਣ ਵਾਲੇ ਮਿਲ ਜਾਣ ਤੇ ਉਹ ਨਹੀਂ ਮਰਦਾ ਬੰਦਾ। ਹੁਣ ਕੀ ਹੁੰਦਾ ਸਾਡੇ ਕਿ ਜਿਹੜਾ ਕਰਜ਼ਾ, ਜੇ ਉਹ 7 ਦੇ ਕੋਲ ਦੇ ਵੀ ਲੱਗਿਆ ਜਾਂਦਾ, ਉਹਨੂੰ 4 ਟੀਚਰਾਂ ਕਰਦੇ ਨੇ ਵੀ ਆਹ ਦੇਖ ਹੁਣ ਸਾਰੀ ਵਿਕ ਜੂ ਨਾ ਇਹਦੀ, ਹੁਣ ਤਾਂ ਇਹਦੇ ਨਾਲ ਆਹ ਹੋ ਜਾਣਾ, ਹੁਣ ਇਹਦੇ ਨਾਲ ਇਹ ਹੋ ਜਾਣਾ। ਘਰਾਂ 'ਚ ਵੀ ਕਈ ਵਾਰ ਕਲੇਸ਼ ਪੈ ਜਾਂਦਾ, ਘਰ ਵਾਲੇ ਲੜਨ ਲੱਗ ਜਾਂਦੇ ਨੇ, ਖਬਰਾਂ ਤੂੰ ਕਿੱਥੇ ਛੱਟੇ ਨੇ ਪੈਸੇ, ਖਬਰਾਂ ਤੂੰ ਕੀ ਕੀਤਾ ਇਹਦਾ। ਘਰ ਦੇ ਅੰਦਰੋਂ ਵੀ ਸੰਤੁਸ਼ਟੀ ਨਹੀਂ ਤੇ ਬਾਹਰ ਵੀ ਸੰਤੁਸ਼ਟੀ ਨਹੀਂ, ਤਾਂ ਬੰਦੇ ਸਾਹਮਣੇ ਕੋਈ ਚਾਰਾ ਨਹੀਂ ਬਚਦਾ ਜਦੋਂ ਵੀ ਉਹ ਖੁਦਕੁਸ਼ੀ ਕਰ ਰਿਹਾ, ਜਦੋਂ ਉਸ ਪਾਸੇ ਵੱਲ ਚੱਲਦਾ। ਤੇ ਜਥੇਬੰਦੀਆਂ ਦੇ ਵਿੱਚੋਂ ਵੀ ਮੈਂ ਨਹੀਂ ਬੰਦੇ ਲੱਭੇ ਬਹੁਤੇ ਪਰਿਵਾਰਾਂ 'ਚ ਕਿ ਉਹ ਕਿਸਾਨ ਖੁਦਕੁਸ਼ੀ ਵਾਲੇ ਘਰਾਂ ਦੇ ਨਾਲ ਰਾਬਤਾ ਰੱਖ ਰਹੇ ਹੋਣ, ਜਾਂ ਉਹਨਾਂ ਦੇ ਘਰੇ ਗਏ ਹੋਣ, ਜਾਂ ਉਹਨਾਂ ਨੂੰ, ਹਾਂ ਜਿੱਥੇ ਉਹ ਬੰਦਾ ਆਪ ਡੈਥ ਹੁੰਦੀ ਹੈ, ਧਰਨਿਆਂ 'ਚ ਡੈਥ ਹੁੰਦੀ ਹੈ, ਉਹਦੇ ਲਈ ਉਹ ਲੜਦੇ ਨੇ ਤੇ ਪੈਸੇ ਵੀ ਮਿਲਦੇ ਨੇ ਔਰ ਦਿੰਦੇ ਵੀ ਨੇ। ਪਰ ਜਿਹੜੀ ਗਵਰਨਮੈਂਟ ਦੀ ਉਹ ਪਾਲਿਸੀ ਹੈ ਕਿ ਦੂਜੇ ਲੋਕ ਜਿਹੜੇ ਸੁਸਾਈਡ ਕਰ ਗਏ ਨੇ, ਉਹ ਪਾਲਿਸੀ ਲਾਗੂ ਕਰਾਉਣ 'ਚ ਦਿਲਚਸਪੀ ਨਹੀਂ ਹੈ। ਤੇ ਇਸੇ ਕਰਕੇ ਲਗਭਗ 20,000 ਸੁਸਾਈਡ ਵਿਕਟਮ ਪਰਿਵਾਰਾਂ 'ਚੋਂ ਕੇਵਲ 5200 ਬੰਦੇ ਨੂੰ ਉਹ ਕੰਪਨਸੇਸ਼ਨ ਮਿਲਿਆ ਪੰਜਾਬ 'ਚ। ਬਾਕੀ ਕਿਹਦੇ ਕੋਲ ਜਾਣ, ਉਹ ਕਿਹਦੇ ਕੋਲ ਰੋਣ ਜਾ ਕੇ, ਤੁਸੀਂ ਮੈਨੂੰ ਦੱਸ ਦਿਓ। ਤੇ ਕੌਣ ਬੰਦਾ ਖੜਦਾ ਉਹ ਸਾਰੇ ਮਾਮਲੇ ਦੇ ਵਿੱਚ। ਅਸੀਂ ਉਹਨਾਂ ਨੂੰ ਅੰਦੋਲਨਾਂ 'ਚ ਲਿਆਉਣ ਦੀ ਗੱਲ ਕਰਦੇ ਹਾਂ। ਇੱਕ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਮੋਰਚਾ ਲੱਗਣ ਤੋਂ 1 ਦਿਨ ਪਹਿਲਾਂ ਕਿ ਤੂੰ ਜਾਂਦਾ ਰਹਿਣਾ ਸੁਸਾਈਡ ਵਿਕਟਮ ਪਰਿਵਾਰਾਂ ਦੇ, ਕੁਝ ਸਾਨੂੰ ਐਡਰੈਸ ਦੇ ਦਿਓ, ਅਸੀਂ ਉਹ ਬੀਬੀਆਂ ਨੂੰ ਚਿੱਟੀਆਂ ਚੁੰਨੀਆਂ ਲੈ ਕੇ ਦਿਖਾਉਣਾ ਚਾਹੁੰਦੇ ਹਾਂ। ਮੈਂ ਉਹਨੂੰ ਕਿਹਾ ਮੈਂ ਸੌਦਾ ਨਹੀਂ ਕਰਦਾ, ਬਿਜ਼ਨਸ ਨਹੀਂ ਕਰਦਾ, ਨਾ ਬੀਬੀਆਂ ਨੂੰ ਢਾਲ ਬਣਾ ਕੇ ਤੁਹਾਡੇ ਮੋਰਚੇ 'ਚ ਬਿਠਾਉਣ ਦੀ ਗੱਲ ਕਰਨਾ। ਤੇ ਉਹ ਅਲੱਗ ਸਵਾਲ ਹੈ। ਅਸੀਂ ਉਹਦੇ ਕਰਦੇ ਹਾਂ ਕਿ ਉਹ ਬੱਚਿਆਂ ਦੀ ਪੜ੍ਹਾਈ ਹੋਵੇ, ਉਹਦੀ ਮਦਦ ਕਰੋ, ਅਗਲੀ ਪੀੜ੍ਹੀ ਉਹਦੀ ਥੋੜ੍ਹੀ ਬਹੁਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਬਲ ਬਣ ਜਾਏ, ਉਹ ਅਲੱਗ ਸਵਾਲ ਹੈ। ਤੇ ਮੋਰਚੇ ਐ ਨਹੀਂ ਚੱਲਦੇ, ਮੋਰਚੇ ਇਨਵੋਲਵਮੈਂਟ ਨਾਲ ਚੱਲਦੇ ਨੇ, ਬਹੁਤ ਜ਼ਿਆਦਾ ਇਨਵੋਲਵਮੈਂਟ ਕਈਆਂ ਦੀ ਹੈ, ਆਪਣੇ ਢੰਗ ਨਾਲ ਲੜ ਰਹੇ ਨੇ। ਪਰ ਜਿਹੜਾ ਅਹਿਸਾਸ ਹੈ, ਇਨਸਾਨੀਅਤ ਦਾ ਅਹਿਸਾਸ, ਇਸੇ ਕਰਕੇ ਪੀ ਸਾਈਨਾਥ ਜਦੋਂ 15 ਸਾਲ ਪਹਿਲਾਂ ਇੱਕ ਹਿੰਦੂ ਅਖਬਾਰ 'ਚ ਲਿਖਣ ਲੱਗਿਆ ਸੀ ਆਂਧਰਾ ਪ੍ਰਦੇਸ਼ ਦੇ ਇਕੱਲੇ ਪਰਿਵਾਰ ਦਾ ਦੁਖਾਂਤ, ਤਾਂ ਲੋਕਾਂ ਨੇ ਬਹੁਤਾ ਸੀਰੀਅਸਲੀ ਸਾਡੇ ਨਹੀਂ ਲਿਆ, ਨਾ ਪਾਲਿਸੀ ਮੇਕਰਾਂ ਨੇ ਲਿਆ, ਨਾ ਕਰ। ਹੁਣ ਗੱਲ ਇਹ ਬਣ ਗਈ ਹੈ, ਉਹ ਇਹ ਕਹਿ ਰਿਹਾ ਕਿ ਇਹ ਸੱਭਿਅਤਾ ਦਾ ਸੰਕਟ ਹੈ, ਕਿਸਾਨੀ ਸੰਕਟ ਨਹੀਂ ਹੈ, ਸਿਵਲਾਈਜੇਸ਼ਨ ਦਾ ਸੰਕਟ ਹੈ। ਸੱਭਿਅਤਾ ਦਾ ਕਿਉਂ ਸੰਕਟ ਹੈ? ਉਹ ਇਸ ਕਰਕੇ ਸੰਕਟ ਹੈ ਵੀ ਬੰਦਾ ਕਾਹਦੇ ਨਾਲ ਬਣਦਾ ਹੈ? ਬੰਦਾ ਅਹਿਸਾਸਾਂ ਨਾਲ ਬਣਦਾ ਹੈ। ਜਦੋਂ ਕਿਸੇ ਘਰ ਸੁਸਾਈਡ ਹੋ ਰਹੀ ਹੁੰਦੀ ਹੈ, ਤੁਹਾਡੇ ਤਰਕਾਰੀ ਤੜਕੀ ਜਾ ਰਹੀ ਹੁੰਦੀ ਹੈ, ਇਹਦਾ ਮਤਲਬ ਇਨਸਾਨੀ ਅਹਿਸਾਸ ਖਤਮ ਹੋ ਚੁੱਕਿਆ ਹੈ। ਮੇਰੀ ਰੋਟੀ ਖਾਣ ਵੇਲੇ ਮੇਰੇ ਤੇ ਕੋਈ ਅਸਰ ਨਹੀਂ ਪੈ ਰਿਹਾ, ਗੁਆਂਢ 'ਚ ਸੁਸਾਈਡ ਹੋਣ ਦੇ ਬਾਵਜੂਦ, ਤਾਂ ਮੈਂ ਬੰਦਾ ਦਾ ਅਹਿਸਾਸ ਜਿਹੜਾ ਖਤਮ ਹੋ ਚੁੱਕਿਆ ਹੈ। ਪੰਜਾਬ ਦੇ ਛੋਟੇ ਜਿਹੇ ਪੰਜਾਬ ਦੇ ਵਿੱਚ ਇੰਨੀਆਂ ਖੁਦਕੁਸ਼ੀਆਂ ਹੋ ਗਈਆਂ ਨੇ। ਤੇ ਕਦੇ ਇੱਕ ਜ਼ਮਾਨੇ 'ਚ ਸੀ, ਜੇ ਨੌਜਵਾਨ ਬੰਦਾ ਮਰਦਾ ਸੀ ਕਿਸੇ ਪਿੰਡ ਦਾ, ਸਾਰੇ ਪਿੰਡ 'ਚ ਰੋਟੀ ਨਹੀਂ ਸੀ ਪੱਕਦੀ ਉਸ ਦਿਨ, ਘੱਟੋ ਘੱਟ ਸੰਸਕਾਰ ਹੋਣ ਤੱਕ ਤਾਂ ਵੈਸੇ ਹੀ ਨਹੀਂ ਸੀ ਪੱਕਦੀ। ਹੁਣ ਮੇਰੇ ਖਿਆਲ ਬਹੁਤਾ ਫਰਕ ਨਹੀਂ ਪੈਂਦਾ, ਘੱਟ ਫਰਕ ਪੈਂਦਾ। ਜਿਹਦਾ ਜਿੰਨਾ ਕੁ ਨਾਲ ਲਗਾਏ, ਕਿਸੇ ਦਾ ਦੋਸਤ ਹੈ, ਕਿਸੇ ਦਾ ਘਰੇ, ਕਿਸੇ ਦਾ ਆਲਾ ਦੁਆਲਾ, ਉਨੇ ਕੁ 'ਚ ਫਰਕ ਪੈਂਦਾ। ਇੱਕ ਭਾਈਚਾਰਕ ਤੌਰ ਤੇ ਜਨਰਲ ਫਰਕ ਘਟ ਗਿਆ। ਇਹ ਮੂਵਮੈਂਟ ਦੇ ਸੁਧਾਰ ਦੇ ਵਾਸਤੇ ਉਹਦੀ ਵੀ ਲੋੜ ਹੈ, ਉਸ ਅਹਿਸਾਸ ਦੀ ਵੀ ਬਹੁਤ ਜ਼ਿਆਦਾ ਲੋੜ ਹੈ, ਤਾਂ ਇਕਜੁੱਟਤਾ ਬਣਦੀ ਹੈ, ਨਹੀਂ ਤਾਂ ਇਕਜੁੱਟਤਾ ਨਹੀਂ ਬਣੂਗੀ ਉਸ ਪੱਧਰ ਤੇ। ਬਾਕੀ ਚੀਜ਼ਾਂ ਸਾਡੇ ਸਾਹਮਣੇ ਹੈਗੀਆਂ ਨੇ, ਜਿਹੜੀਆਂ ਔਰਤਾਂ ਹੈਗੀਆਂ ਨੇ ਕਿ ਬਿੱਲ ਕਿਵੇਂ ਖਿਲਾਫ ਨੇ। ਅੱਜ ਕੱਲ੍ਹ ਇੱਕ ਨਵੀਂ ਚਰਚਾ ਚੱਲੀ ਹੈ, ਸਾਰੇ 115 MLA ਗਏ, ਗਵਰਨਰ ਦੇ ਵੀ ਗਏ, ਤੇ ਅਸੀਂ ਜਿੱਤੀ ਹੋਈ ਚੀਜ਼ ਵੀ ਕਿਵੇਂ ਹਾਰਨੀ ਹੈ, ਇਹ ਮੇਰਾ ਖਿਆਲ ਸਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਅਸੀਂ ਕੋਈ ਚੰਗਾ ਕੰਮ ਵੀ ਜੇ ਸਫਲ ਵੀ ਹੋ ਜਾਈਏ ਤੇ ਫਿਰ ਵੀ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਿਵੇਂ ਕਰਨਾ। ਇਹ ਬੜਾ ਇੱਕ ਅਲੱਗ ਟਾਈਪ ਦਾ ਮਾਹੌਲ ਹੈ।
इस अंदोलन ने बहुत बड़ा, शायद मेरी लाइफ 'ਚ सब तो बड़ा अंदोलन है। मैं अपने आप को कबूल करता, मैं एडा अंदोलन इस लैवल पे नहीं देखा ऐसा। खड़कू मूवमेंट सी, वो होर तरह की मूवमेंट सी। उत्थे भी खड़कू मुंडिया के भोग से ਲੱਖਾਂ ਬੰਦਾ ਜਾਂਦਾ ਸੀ। मैं 3-3 ਲੱਖ ਬੰਦਾ एक ਜੁਗਰਾਜ ਸਿੰਘ ਤੂਫਾਨ ਦੇ ਭੋਗ ਤੇ ਦੇਖਿਆ, ਜੰਗ ਮੁੰਡਿਆਂ ਦੇ ਭੋਗ ਤੇ ਲੋਕ ਜਾਂਦੇ ਸੀ, ਇਹ 'ਚ ਕੋਈ ਸ਼ੱਕ ਨਹੀਂ ਸੀ। ਪਰ ਉਹ ਆਪ ਮੁਹਾਰਾ ਇਹੋ ਜਿਹਾ ਅੰਦੋਲਨ ਨਹੀਂ ਸੀ ਜਿਹਦੇ 'ਚ ਬਾਕੀ ਦੀਆਂ ਚੀਜ਼ਾਂ ਇਨਵੋਲਵ ਹੋਣ ਜਾਂ ਬਾਕੀ ਦੇ ਸਾਰੇ ਲੋਕਾਂ ਨੂੰ ਅਹਿਸਾਸ ਹੋਵੇ ਕਿ ਸਾਡੀ ਕੋਈ ਗੱਲ ਇਸ ਲੈਵਲ ਦੀ ਹੈ। ਔਰ ਉਹਦੇ ਕਰਕੇ ਅਸਰ ਕੀ ਪੈ ਰਿਹਾ ਇਹਦਾ ਸਿਆਸੀ ਅਸਰ। ਸਭ ਤੋਂ ਪਹਿਲਾ ਸਿਆਸੀ ਅਸਰ ਇਹ ਹੈ ਕਿ 31 ਕਿਸਾਨ ਯੂਨੀਅਨਾਂ ਨੂੰ ਇੱਕ ਹੋਣ ਲਈ ਮਜਬੂਰ ਕੀਤਾ। ਇਹ ਕਿਸੇ ਇੱਕ ਜਥੇਬੰਦੀ ਦਾ ਪੈਦਾ ਕੀਤਾ ਅੰਦੋਲਨ ਨਹੀਂ ਹੈ, ਇਹ ਸਭ ਨੂੰ ਸਮਝਣਾ ਪਏਗਾ। ਇਹ ਕਿਸੇ ਇੱਕ ਦਾ ਨਹੀਂ, ਕਿਉਂਕਿ ਇੰਨੀਆਂ ਜਥੇਬੰਦੀਆਂ ਦੇ ਚੋਂ ਲੋਕ ਨਾਰਾਜ਼ ਜੇ ਸੀ। ਠੀਕ ਹੈ, ਥੋੜਾ ਥੋੜਾ ਕੰਮ ਹੁੰਦਾ ਸੀ। ਜਥੇਬੰਦੀਆਂ ਦਾ ਪਾਲਿਸੀ ਤੇ ਅਸਰ ਖਤਮ ਹੋ ਗਿਆ ਸੀ। ਜਥੇਬੰਦੀਆਂ ਨੇ ਕਾਫੀ ਕੰਮ ਕੀਤੇ ਨੇ, ਕੁਰਕੀ ਰੋਕੀ ਹੈ ਬਹੁਤ ਜਗ੍ਹਾ, ਕਈ ਜਗ੍ਹਾ ਹੋਰ ਕੰਮ ਕੀਤੇ ਨੇ, ਪਰ ਜਿਹੜਾ ਵੱਡੀ ਪਾਲਿਸੀ ਦੇ ਸਵਾਲ ਨੇ ਉਹ ਨਹੀਂ ਸੀ ਹੋ ਰਹੇ। ਚੀਫ ਮਿਨਿਸਟਰ ਮੀਟਿੰਗ ਤੱਕ ਨਹੀਂ ਸੀ ਦਿੰਦਾ। ਇੰਨੇ 20 ਦੇ ਧਰਨੇ ਲੋਕਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਇਸ ਕਰਕੇ ਦੇਣੇ ਪੈ ਰਹੇ ਸੀ ਕਿ ਸਾਡੇ ਨਾਲ ਮੁੱਖ ਮੰਤਰੀ ਗੱਲ ਕਰ ਲੇ, ਤੇ ਮੁੱਖ ਮੰਤਰੀ ਗੱਲ ਕਰ ਲੈਂਦਾ ਸੀ। ਉਸ ਤੋਂ ਬਾਅਦ ਫਿਰ ਕਾਫੀ ਦੇਰ ਇਹ ਚੱਲਦਾ ਸੀ। ਇਹੋ ਜਿਹੇ ਮਾਹੌਲ 'ਚੋਂ ਗੁਜ਼ਰੇ ਹਾਂ ਅਸੀਂ, ਜਿਹੜੇ ਪੰਜਾਬ ਦੀਆਂ ਜਥੇਬੰਦੀਆਂ ਵੀ ਜਿਹੜੀਆਂ ਵੱਖ-ਵੱਖ, ਔਰ ਘਰਾਓ ਵੀ, ਸੜਕ ਰੋਕਣਾ ਵੀ ਇਸ ਉਦੋਂ ਤੱਕ ਸੀ ਜਦੋਂ ਕੋਈ ਡੀਸੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਾ ਦਿੰਦਾ ਸੀ ਤਾਂ ਜਾਮ ਉੱਠ ਜਾਂਦਾ ਰਿਹਾ। ਇਸ ਹੱਦ ਤੱਕ ਸੀ। ਪਰ ਇਹ ਉਦੋਂ ਉਲਟ ਅੰਦੋਲਨ ਹੈ। ਇਹ ਮੁੱਖ ਮੰਤਰੀ ਨੂੰ ਮਜਬੂਰ ਕਰਦਾ ਹੈ ਕਿ ਤੈਨੂੰ ਸਾਡੇ ਕਹੇ ਦਿਨਾਂ ਦੇ ਅੰਦਰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਏਗਾ। ਇਹ ਟਰਮ ਜਨੇਸ ਅੰਦੋਲਨ ਦੀਆਂ, ਜਿਹੜਾ ਕਿ ਮੀਟਿੰਗ ਨਹੀਂ ਮੰਗਣ ਦੀ ਲੋੜ, ਮੀਟਿੰਗਾਂ ਤਾਂ ਉਹ ਆਪ ਬੁਲਾ ਰਹੇ ਕਿ ਮੈਂ ਤੁਹਾਡੀ ਮੀਟਿੰਗ 2 ਵਾਰ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਸੱਦਿਆ, ਆਓ ਜੀ, ਮਤਲਬ ਲੈ ਕੇ ਵੀ ਕਿ ਮਾਨ ਸਨਮਾਨ ਕੀਤਾ। ਇਸ ਤੋਂ ਬਾਅਦ ਫਿਰ ਇਹ ਵੀ ਕੀਤਾ, ਉਹਨੇ ਇੱਕ ਉਹਦਾ ਬਿਆਨ ਦਿੱਤਾ ਸੀ ਵਿੱਚ ਦੀ ਕਿ ਮੈਂ ਨਹੀਂ ਬੁਲਾਉਂਦਾ, ਇਹ ਦਬਾਅ ਨਾਲ ਮੈਂ ਨਹੀਂ ਇਜਲਾਸ ਬੁਲਾਉਣਾ। ਪਰ ਮੁੜ ਕੇ ਪਤਾ ਲੱਗ ਗਿਆ ਉਹਨੂੰ ਕਿ ਬਣਾਉਣਾ ਪਏਗਾ, ਇਹ ਤੋਂ ਬਿਨਾਂ ਚਾਰਾ ਨਹੀਂ। ਤੇ ਇਹ ਪਹਿਲੀ ਗੱਲ ਹੈ ਕਿ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਾ ਲਗਭਗ 34 ਸਾਲਾਂ ਦਾ 9 ਮਾਸ ਦਾ ਰਿਸ਼ਤਾ ਤੋੜ ਦਿੱਤਾ ਗਿਆ ਜਾਂ ਮਜਬੂਰੀ 'ਚ ਟੁੱਟ ਗਿਆ। ਇਹ ਉਹਦਾ ਪੋਲੀਟੀਕਲ ਇੰਪ੍ਰੈਸ਼ਨ ਹੈ। ਅੱਜ ਤੱਕ ਐਡਾ ਵੱਡਾ ਪੋਲੀਟੀਕਲ ਅਸਰ ਕਿਸੇ ਅੰਦੋਲਨ ਦਾ ਨਹੀਂ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਉਸ ਪਾਸੇ ਖੜਾ ਕਰ ਦਿਓ। ਇਸੇ ਕਰਕੇ ਅਸੈਂਬਲੀ 'ਚ ਤਿੰਨੇ ਮੇਨ ਪਾਰਟੀਆਂ ਨੂੰ ਇੱਕ ਵੀ ਪਾਰਟੀ ਉੱਥੇ ਖੜ ਕੇ ਇੱਧਰ ਉੱਧਰ ਕਰਦੀ ਤਾਂ ਸਮਝ ਲਓ ਪੰਜਾਬ ਦੀ ਜ਼ਮੀਨ ਉਹਦੇ ਲਈ ਖਤਮ ਹੋ ਗਈ, ਸਿਆਸੀ ਜ਼ਮੀਨ। ਇਸੇ ਮਜਬੂਰੀ 'ਚ ਸਾਰਿਆਂ ਨੇ ਇਕੱਠੇ ਕੀਤਾ। ਇਸੇ ਮਜਬੂਰੀ 'ਚ ਸਾਰਾ 115 ਬੰਦੇ ਉਸ ਲੈਵਲ ਦੇ ਉੱਤੇ ਗਏ ਤੇ ਗਵਰਨਰ ਦੇ ਵੀ ਗਏ। ਪਰ ਗਵਰਨਰ ਤੋਂ ਵਾਪਸ ਆ ਕੇ ਕੀ ਹੋਇਆ, ਕਿਉਂਕਿ ਤਿੰਨੇ ਪਾਰਟੀਆਂ ਦਾ ਅਸਲ 'ਚ ਇੱਕ ਦਿਮਾਗ 'ਚ ਨਾ, ਸਾਡਾ ਦਿਮਾਗ ਜਿਵੇਂ ਬੌਧਿਕ ਕੰਗਾਲੀ ਦਾ ਸ਼ਿਕਾਰ ਹੋ ਜਾਂਦਾ ਹੈ, ਉਦੋਂ ਅੱਗੇ ਸੋਚ ਹੀ ਨਹੀਂ ਰਿਹਾ। ਉਹਨਾਂ ਨੂੰ ਸੱਤਾ ਤੋਂ ਬਿਨਾਂ, ਇਲੈਕਸ਼ਨ ਤੋਂ ਬਿਨਾਂ, ਵੋਟ ਤੋਂ ਬਿਨਾਂ ਕੁਝ ਨਜ਼ਰ ਹੀ ਨਹੀਂ ਆਉਂਦਾ। ਇੱਕ ਬਹੁਤ ਮਹੱਤਵਪੂਰਨ ਬੰਦਾ ਸਾਡੇ ਦੇਸ਼ 'ਚੋਂ ਚਲਾ ਗਿਆ, ਬਹੁਤ ਬੜਾ ਸਕਾਲਰ ਬਣਨ ਦੀ ਜਿਹਦੇ 'ਚ ਸੰਭਾਵਨਾ ਸੀ। ਤੁਸੀਂ ਕਈਆਂ ਨੇ ਉਹਦਾ ਨਾਮ ਸੁਣਿਆ ਹੋਣਾ। ਹੈਦਰਾਬਾਦ ਯੂਨੀਵਰਸਿਟੀ 'ਚ ਪੜ੍ਹਦਾ ਸੀ, ਉਹਦਾ ਨਾਮ ਸੀ ਰੋਹਿਤ ਵੈਮੂਲਾ। ਉਹ ਸਾਇੰਸ ਦਾ ਲੇਖਕ ਬਣਨਾ ਚਾਹੁੰਦਾ ਸੀ ਤੇ ਮਰ ਕਿਉਂ ਗਿਆ? ਕਿਉਂਕਿ ਇਸ ਪੋਲੀਟਿਕਸ ਨੇ ਉਹਨੂੰ ਸਕਾਲਰਸ਼ਿਪ ਜਿਹੜੀ ਮਿਲਦੀ ਸੀ, ਜਿਹਦੇ ਤੇ ਪੜ੍ਹਦਾ ਸੀ, ਉਹ 5 ਮਹੀਨੇ 6 ਮਹੀਨੇ ਨਹੀਂ ਦਿੱਤੀ। ਨਾ ਹੋਸਟਲ 'ਚ ਰੋਟੀ ਖਾਣ ਨੂੰ ਮਿਲਦੀ ਹੈ ਤੇ ਨਾ ਕੁਛ ਹੋਰ ਮਿਲਦਾ। ਉਹ ਜਿਹੜਾ ਸੁਸਾਈਡ ਨੋਟ ਲਿਖ ਕੇ ਗਿਆ, ਉਹ ਕੀ ਲਿਖ ਕੇ ਗਿਆ? ਉਹਨੇ ਲਿਖਿਆ ਕਿ ਮੈਂ ਵਿਗਿਆਨ ਦਾ ਲੇਖਕ ਬਣਨਾ ਚਾਹੁੰਦਾ ਸੀ, PhD ਕਰ ਰਿਹਾ ਸੀ ਸਾਇੰਸ ਦੇ ਫੀਲਡ 'ਚ, ਟੌਪਰ MSc ਦਾ ਆਪਣੇ ਬਹੁਤ ਗਰੀਬ ਘਰਾਂ 'ਚੋਂ ਜਾ ਕੇ। ਤੇ ਕਹਿੰਦਾ ਬੰਦੇ ਦੀ ਪਛਾਣ ਵੋਟ ਤੱਕ ਸੀਮਤ ਕਰ ਦਿੱਤੀ ਗਈ ਹੈ, ਇਸ ਲਈ ਮੈਂ ਨਾਗਰਿਕ ਨਹੀਂ ਹਾਂ ਇਸ ਦੇਸ਼ ਦਾ, ਮੈਂ ਵੋਟ ਹਾਂ। ਜਦੋਂ ਬੰਦਾ ਵੋਟ ਬਣ ਜਾਂਦਾ ਹੈ, ਨਾਗਰਿਕ ਨਹੀਂ ਬਚਦਾ, ਤਾਂ ਪਾਰਟੀਆਂ ਦੀ ਲੀਡਰਸ਼ਿਪ ਵੀ ਮੰਦਬੁੱਧੀ ਲੀਡਰਸ਼ਿਪ ਵਿਕਸਿਤ ਹੁੰਦੀ ਹੈ। ਉਹ ਤੁਹਾਨੂੰ ਵੋਟ ਤੋਂ ਅੱਗੇ ਦੇਖਣਾ ਖਤਮ ਕਰ ਦਿੰਦੀ ਹੈ, ਤੁਹਾਡੀ ਪਛਾਣ ਖਤਮ ਕਰ ਦਿੰਦੀ ਹੈ। ਇਸ ਸੂਬੇ ਦੇ ਵਿੱਚ, ਇਸ ਦੇਸ਼ ਦੇ ਵਿੱਚ ਇਹ ਵਾਪਰ ਰਿਹਾ ਸਾਡੇ ਸਾਹਮਣੇ। ਇਸੇ ਕਰਕੇ ਉਹ ਤਿੰਨੇ ਪਾਰਟੀਆਂ ਦਾ ਕੀ ਹੋਇਆ, ਕਾਂਗਰਸ ਲੱਡੂ ਬਣਾ ਰਹੀ ਆ ਕੇ ਲੋਕਾਂ ਦੇ ਵਿੱਚੋਂ ਕਿ ਮਹਾਰਾਜਾ ਅਮਰਿੰਦਰ ਸਿੰਘ ਜੀ ਹੁਣ ਪੰਜਾਬ ਦੇ ਰਾਖੇ ਹੋ ਗਏ। ਫਿਰ ਉਹਦੇ ਤੋਂ ਤੰਗ ਹੋਏ ਦੂਜੇ ਬੰਦੇ ਫਿਰ ਬਿੱਲਾਂ ਦੇ ਖਿਲਾਫ ਹੋ ਜਾਂਦੇ ਨੇ, ਫਿਰ ਕੁਛ ਨਹੀਂ ਜੀ, ਇਹਨੇ ਤਾਂ ਐਂ ਕਰਤਾ, ਇਹਨੇ ਐਂ ਕਰਤਾ, ਇਹਨੇ ਐਂ ਕਰਤਾ। ਤੇ ਹੁਣ ਜਾਂ ਤਾਂ ਉਹਨਾਂ ਦੀ ਬੁੱਧੀ ਤੇ ਵੀ ਸਵਾਲ ਉੱਠੂਗਾ ਹੀ, ਭਾਈ ਸਾਹਿਬ ਉੱਥੇ ਤੁਹਾਡੇ ਕੋਲ ਬਿੱਲ ਸੀ, ਤੇ ਕੋਈ ਕਹਿੰਦਾ ਉਹਨਾਂ 'ਚ ਸੋਧ ਹੈ, ਇਹ ਆਪਦੇ ਬਿੱਲ ਹੈ ਹੀ ਨਹੀਂ। ਬਿੱਲ ਕਿਵੇਂ ਪਾਸ ਹੁੰਦੇ ਨੇ ਜੇ ਇੰਨਾ ਚਿਰ MLA ਰਹਿ ਕੇ ਅਕਲ ਨਾ ਆਵੇ? ਕਿਹਨੂੰ ਆਪਦਾ ਬਿੱਲ ਕਹਿੰਦੇ ਨੇ, ਕਿਹਨੂੰ ਬਗਾਨਾ ਬਿੱਲ ਕਹਿੰਦੇ ਨੇ, ਤਾਂ ਦੱਸੂਗਾ ਕੌਣ? ਸਾਡੇ ਕੋਲ ਲੀਡਰਸ਼ਿਪ ਉਹੀ ਜੀ ਹੈ, ਇਹਨੂੰ ਮੰਨ ਕੇ ਚੱਲਣਾ ਪਏਗਾ ਕਿ ਇਹ ਲੀਡਰਸ਼ਿਪ ਕਿਤੇ ਨਹੀਂ ਲਿਜਾ ਸਕਦੀ। ਜਿਹਦੇ ਕੋਲ ਮੁੱਢਲੀ ਜਾਣਕਾਰੀ ਨਾ ਹੋਵੇ
ਜਿਹੜਾ ਉਹਨੂੰ ਕੰਮ ਦਿੱਤਾ ਗਿਆ ਹੋਵੇ, ਧੰਦਾ ਦਿੱਤਾ ਗਿਆ ਹੋਵੇ, ਉਹਦੀ ਵੀ ਜਾਣਕਾਰੀ ਨਾ ਹੋਵੇ, ਬਾਕੀ ਤਾਂ ਬਹੁਤ ਜ਼ਰੂਰੀ ਗੱਲ ਹੈ। ਔਰ ਇਸ ਕਰਕੇ ਉਹਨਾਂ ਦੀ ਲੜਾਈ ਇਹ ਤੋਂ ਅੱਗੇ ਨਹੀਂ ਹੈ। ਪਰ ਮੈਨੂੰ ਲੱਗਦਾ ਕਿ 2022 ਜ਼ਰੂਰੀ ਨਹੀਂ ਇਲੈਕਸ਼ਨ ਹੋਵੇ। ਪੰਜਾਬ ਨੇ 10 ਸਾਲ 70 ਸਾਲਾਂ ਚੋਂ ਗਵਰਨਰੀ ਰੂਲ ਝੱਲਿਆ ਹੈ, ਸਭ ਤੋਂ ਜ਼ਿਆਦਾ ਇਸ ਦੇਸ਼ ਦੇ ਵਿੱਚ ਨੰਬਰ 1। ਅਜੇ ਮੂਵਮੈਂਟ ਤੇ ਕੋਈ ਸਖਤੀ ਨਹੀਂ ਹੋਈ, ਤਾਂ ਮੂਵਮੈਂਟ ਅਜੇ ਆਪ ਉਵੇਂ ਹੀ ਚੱਲ ਰਹੀ ਹੈ। ਇਹ ਨਹੀਂ ਹੈ ਕਿ ਆਉਣ ਵਾਲੇ ਦਿਨਾਂ 'ਚ ਸਖਤੀ ਨਹੀਂ ਹੋਊਗੀ। ਬਹੁਤਾ ਲੰਮਾ ਸਮਾਂ ਸਟੇਟ ਆਏ ਥੋੜੀ ਦਿੰਦੇ ਵੀ ਚੱਲ ਜੀ ਰੋਕੋ ਜੋ ਮਰਜ਼ੀ ਕਰੋ, ਅਸੀਂ ਤੁਹਾਡੇ ਨਾਲ ਹੀ ਹਾਂ। ਉਹ ਨਹੀਂ ਚੱਲਦਾ। ਉਹ ਦੌਰ ਆਉਣਾ ਹੈ ਅਗਲੇ ਸਮੇਂ ਦੇ ਵਿੱਚ, ਜਿਹੜਾ ਜਿਸ ਲੈਵਲ ਦੀ ਦੌਰ ਹੈ। ਤੇ ਜਦੋਂ ਉਹ ਦੌਰ ਆਉਣਾ ਹੈ ਤਾਂ ਮੈਨੂੰ ਇਹ ਲੱਗਦਾ ਕਿ ਉੱਡ ਜਾਂਦਾ ਜਿਹੜਾ ਪਾਰਟੀ ਸਿਸਟਮ ਜਿਹੜਾ ਇਹੋ ਜਿਹਾ ਜਿਹੜਾ ਮੈਚ ਨਹੀਂ ਕਰਦਾ, ਉਹਦੇ ਵੇਚਦਾ ਨਹੀਂ ਹੁੰਦਾ ਉਸ ਮਾਹੌਲ ਦੇ, ਤੇ ਉਹ ਨਹੀਂ ਚੱਲਦਾ। ਤਾਂ ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਹਿਸਟਰੀ ਦੇ ਵਿੱਚ ਵੀ ਅਸੀਂ ਬੜਾ ਦੇਖਿਆ, ਬਾਹਲੀ ਹਿਸਟਰੀਆਂ ਹੁਣੇ ਤੁਸੀਂ ਸਾਰੇ ਜਾਣਦੇ ਹੋ, ਤੁਹਾਡੀ ਉਮਰ 'ਚ ਵੀ ਤੁਸੀਂ ਆਪ ਹੀ ਦੇਖਿਆ 5-4 ਸਾਲ ਪਹਿਲਾਂ ਤੱਕ। ਤੇ ਪੰਜਾਬ ਦੇ ਲੋਕਾਂ ਨੇ ਤਾਂ ਦੇਖੋ ਅੰਨਾ ਹਜ਼ਾਰੇ ਦੀ ਮੂਵਮੈਂਟ ਸੀ, ਪੰਜਾਬ 'ਚ ਤਾਂ ਕੁਛ ਨਹੀਂ ਸੀ। ਮੁੰਡਿਆਂ ਨੇ ਆਪਣੇ ਮਾਂ-ਬਾਪ ਨਾਲ ਲੜ ਕੇ, ਕੁੜੀਆਂ ਨੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ, ਤੇ ਕੋਈ ਬੰਦਾ ਨਹੀਂ ਤਾਂ ਭਗਵੰਤ ਮਾਨ ਜਿਹੜਾ 3 ਦਿਨ ਪਹਿਲਾਂ, ਥੋੜੇ ਦਿਨ ਪਹਿਲਾਂ ਵੋਟਾਂ ਤੋਂ ਆਮ ਆਦਮੀ ਪਾਰਟੀ 'ਚ ਗਿਆ ਸੀ। ਜੇ ਕੋਈ ਕਹਿੰਦਾ ਕਿ ਸਟਾਰ ਅਪੀਅਰੈਂਸ ਹੈ, ਜੇ ਕੋਈ ਕਹਿੰਦਾ ਮੈਂ ਹੀ ਹਾਂ, ਉਹੀ ਭਗਵੰਤ ਮਾਨ ਪੀਪੀ 'ਚ ਵੀ ਲੜਿਆ ਸੀ ਆਪਣੀ ਅਸੈਂਬਲੀ ਇਲੈਕਸ਼ਨ ਤੁਹਾਡੇ ਲਹਿਰੇ ਤੋਂ, 3ਜੇ ਨੰਬਰ ਤੇ ਸੀ। ਕਿੱਥੇ ਗਈ ਸਟਾਰ ਅਪੀਅਰੈਂਸ? ਉਹੀ ਡਾਕਟਰ ਧਰਮਵੀਰ ਗਾਂਧੀ ਐਤਕੀ ਵੀ ਲੜਿਆ ਆਪਣੇ ਵੱਲੋਂ, ਕਿੰਨੀਆਂ ਵੋਟਾਂ ਪਈਆਂ ਨੇ। ਇਸ ਲਈ ਕਈ ਵਾਰ ਗਲਤ ਫਹਿਮੀਆਂ ਦਾ ਸ਼ਿਕਾਰ ਬੰਦੇ ਹੋ ਜਾਂਦੇ ਨੇ ਕਿ ਮੈਂ ਪਤਾ ਨਹੀਂ ਕੀ ਆ ਤੇ ਮੈਂ ਉਸ ਲੈਵਲ ਦੇ ਉੱਤੇ ਆ। ਉਹ ਇਹ ਨਹੀਂ ਦੇਖਦੇ ਕਿ ਮਾਹੌਲ ਸੀ, ਉਸ ਮਾਹੌਲ 'ਚ ਲੋਕ ਤੰਗ ਸੀ। ਬਾਕੀ ਸਭ ਤੋਂ ਵੀ ਇਹ ਨਹੀਂ ਅਕਾਲੀ ਕਾਂਗਰਸ ਇੱਕੋ ਜਿਹੇ ਨੇ, ਤੇ ਆਪ ਮਹਾਰੇ ਬੰਦਿਆਂ ਨੇ ਉਹਨਾਂ ਦੀ ਇਲੈਕਸ਼ਨ ਲੜੀ ਤੇ ਚੱਲ ਗਏ, ਤੇ ਉਸ ਲੈਵਲ ਤੇ ਇੱਕ ਮਾਹੌਲ 'ਚੋਂ ਤੁਸੀਂ ਬਣ ਗਏ ਹੋ, ਕਾਬਲ ਬੰਦੇ ਹੋ ਤੁਸੀਂ। ਤੁਹਾਨੂੰ ਇਹ ਵੀ ਗਲਤ ਫਹਿਮੀ ਹੋ ਗਈ, ਇਹਦਾ ਕੋਈ ਕੁਝ ਨਹੀਂ ਕਰ ਸਕਦਾ। ਇਹ ਗਲਤ ਫਹਿਮੀ ਹੋ ਗਈ ਹਰੇਕ ਬੰਦੇ ਨੂੰ ਕਿ ਜਿਹੜਾ ਚੁਣਿਆ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਕਾਬਲ ਤੇ ਸਿਆਣਾ ਮਨੁੱਖ ਵੀ ਹੈ, ਉਹ ਲੀਡਰ ਵੀ ਹੈ, ਉਹ ਲੋਕਾਂ ਨੂੰ ਕਿਤੇ ਪਹੁੰਚਾ ਵੀ ਸਕਦਾ। ਇਹ ਗਲਤ ਫਹਿਮੀ ਤੋੜਨੀ ਬਹੁਤ ਜ਼ਰੂਰੀ ਹੈ। ਸਾਡੀਆਂ ਚੋਣਾਂ 'ਚ ਕਿੰਨਾ ਪੈਸਾ ਇਨਵੋਲਵ ਹੁੰਦਾ, ਕਿੰਨੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਇਹ ਸਾਨੂੰ ਸਭ ਨੂੰ ਪਤਾ ਹੈ। ਆਮ ਸਧਾਰਨ ਬੰਦੇ ਦੀ ਤਾਂ ਖਬਰ ਵੀ ਕਿਤੇ ਨਹੀਂ ਲੱਗਦੀ, ਨਾ ਕਿਸੇ ਨੂੰ ਕੋਈ ਪੁੱਛਦਾ ਹੈ, ਤੇ ਉਹਦਾ ਤਾਂ ਕੋਈ ਗੱਲ ਨਹੀਂ ਹੈ ਉਸ ਪੱਧਰ ਦੇ ਉੱਤੇ। ਇਸ ਕਰਕੇ ਸਾਡੇ ਦਿਮਾਗਾਂ 'ਚੋਂ ਲੀਡਰ ਬਣ ਗਏ ਕਿ ਉਹ ਲੀਡਰ ਨੇ। ਅਸਲ 'ਚ ਸਭ ਤੋਂ ਖਤਰਨਾਕ ਪਹਿਲੂ ਇਹ ਹੁੰਦਾ ਜਦੋਂ ਸਮਾਜ ਉਹਨੂੰ ਸਭ ਨੂੰ ਲੀਡਰ ਮੰਨਣ ਲੱਗ ਜੇ ਕਿ ਇਹ ਸਾਡੇ ਲੀਡਰ ਨੇ। ਤੇ ਜਦ ਸਮਾਜ ਇਹ ਕਹਿ ਦਿੰਦਾ ਕਿ ਤੁਸੀਂ ਲੀਡਰ ਨਹੀਂ ਹੋ, ਹੁਣ ਕਿਸਾਨ ਜਥੇਬੰਦੀਆਂ ਨੇ ਇੱਕ ਫੈਸਲਾ ਕੀਤਾ ਹੋਇਆ ਨਾ ਧਰਨਿਆਂ 'ਚ ਕਿ ਕਿਸੇ ਵੀ ਇਹਨਾਂ ਪਾਰਟੀਆਂ ਦੇ ਬੰਦਿਆਂ ਨੂੰ ਅਸੀਂ ਆਪਣੇ ਧਰਨੇ 'ਚ ਬੋਲਣ ਦਾ ਮੌਕਾ ਨਹੀਂ ਦੇਵਾਂਗੇ। ਲੀਡਰ ਕਿੱਥੇ ਗਏ? ਤੇ ਅੱਡ ਕਰਨ ਦੀ ਵੀ ਹਿੰਮਤ ਨਹੀਂ ਪੈ ਰਹੀ, ਕਿਉਂਕਿ ਲੋਕਾਂ ਦਾ ਆਵਾਜ਼ ਹੈ। ਲੋਕਾਂ ਨੇ ਮੰਨਣਾ ਬੰਦ ਕਰਤਾ ਫਿਲਹਾਲ ਹਾਲ ਦੀ ਘੜੀ। ਪਰ ਖਤਰਾ ਇਹ ਹੈ ਕਿ ਜਿੱਦਣ ਵੋਟਾਂ ਵਾਲੀ ਡੇਟ ਅਨਾਉਂਸ ਹੋ ਗਈ, ਉਦੋਂ ਤਾਂ ਫਿਰ ਉਹੀ ਖੜੇ ਹੋਣਗੇ ਕਿਧਰੇ ਜਾਏਗਾ। ਤਾਂ ਕਿਸਾਨ ਮੂਵਮੈਂਟ ਨੂੰ ਇਹ ਵੀ ਸੋਚਣਾ ਪਏਗਾ ਫਿਰ ਅੱਗੇ ਦਾ ਇੰਜਾਮ ਤੱਕ ਕਿਵੇਂ ਜਾਏ, ਕਿੱਥੇ ਜਾਏ, ਕਿੱਥੇ ਨਾ ਜਾਏ, ਕੁਛ ਤਾਂ ਸੋਚਣਾ ਹੀ ਪਊਗਾ ਨਾ। ਫਿਰ ਤਾਂ ਜੇ ਉਹੀ ਸਾਹਮਣੇ ਨੇ ਤਾਂ ਉਹੀ ਨੇ। ਇਸ ਕਰਕੇ ਜਿਹੜੇ ਜਦੋਂ ਆਮ ਆਦਮੀ ਪਾਰਟੀ ਦੇ 4 MP ਜਿੱਤੇ, ਬਾਕੀਆਂ ਨੂੰ ਵੀ ਲੱਖਾਂ ਵੋਟਾਂ ਪਈਆਂ, ਉਦੋਂ ਪਹਿਲਾਂ ਮਨਪ੍ਰੀਤ ਨਾਲ ਵੀ ਲੱਖਾਂ ਬੰਦਾ ਇਕੱਠਾ ਹੋਇਆ, ਤੇ ਬਰਗਾੜੀ ਦੇ ਮੋਰਚੇ ਦੇ ਵਿੱਚ ਵੀ ਲੱਖਾਂ ਬੰਦਾ ਆਪ ਮੁਹਾਰੇ ਉੱਥੇ ਸਰਬੱਤ ਖਾਲਸਾ 'ਚ ਪਹੁੰਚਿਆ। ਇੱਕ ਦਿਨ 'ਚ ਫੂਕ ਕੱਢਦੀ ਏਜੰਸੀ ਪੈਟਰਨ ਨੇ, ਜਿਹੋ ਜਿਹਾ ਸਿਸਟਮ ਚੱਲਦਾ ਸੀ। ਲੋਕ ਵਾਪਸ ਆਏ, ਨਿਰਾਸ਼ ਆਏ, ਉਹਦੇ 'ਚੋਂ ਕੋਈ ਪ੍ਰੋਗਰਾਮ ਨਹੀਂ, ਕੋਈ ਕੁਛ ਨਹੀਂ, ਕੋਈ ਦਿੱਤਾ ਹੀ ਨਹੀਂ ਗਿਆ ਕਿ ਇਹਨੂੰ ਲੈ ਕੇ ਕਿੱਥੇ ਜਾਣਾ। ਪੰਜਾਬ 15 ਸਾਲ ਤੋਂ ਇੱਕ ਨਵੀਂ ਵਿਜ਼ਨਰੀ ਦ੍ਰਿਸ਼ਟੀਕੋਣ ਵਾਲੀ ਪੋਲੀਟੀਕਲ ਲੀਡਰਸ਼ਿਪ ਤਲਾਸ਼ ਰਿਹਾ, ਤੇ ਇਹ ਇੱਥੋਂ ਵਾਲਾ ਬੰਦਾ ਨਹੀਂ ਤਲਾਸ਼ ਰਿਹਾ, ਸਾਰੇ NRI ਵੀ ਤਲਾਸ਼ ਰਹੇ ਨੇ। ਜਿਹੜਾ ਵੀ ਮਾੜਾ ਜਿਹਾ ਨਵਾਂ ਆਇਆ, ਉਹਨਾਂ ਨੇ ਪੈਸੇ ਨਾਲ ਜੇਬਾਂ ਭਰਤੀਆਂ ਸਭ ਦੀਆਂ, ਅੱਧੇ ਤੱਕ ਦੀ ਗਰੀਬੀ ਦੂਰ ਕਰਕੇ ਬਹਿ ਗਏ, ਆਪਦੇ ਤੱਕ ਸੀਮਤ ਕਰਕੇ ਉਸੇ ਸਿਸਟਮ ਦੇ ਵਿੱਚ। ਕਿਉਂਕਿ ਜਦੋਂ ਤੁਸੀਂ ਨਾ ਫੰਡ ਦਾ ਜਾਂ ਬਾਕੀ ਦਾ ਸਿਸਟਮ ਹੀ ਨਹੀਂ ਕੋਈ ਬਣਾਉਂਦੇ, ਨਿੱਜੀ ਬੰਦਿਆਂ ਕੋਲ ਪੈਸੇ ਆ ਰਹੇ ਨੇ, ਉਹਦੇ ਕੋਲ ਕਿੰਨੇ ਆਏ ਕਿੰਨੇ ਨਹੀਂ ਆਏ, ਐਲੀਗੇਸ਼ਨ ਵੀ ਲੱਗ ਰਹੇ ਨੇ, ਕੋਈ ਪਤਾ ਹੀ ਨਹੀਂ ਹੈ ਕੀ ਹੈ। ਹੁਣ ਵੀ ਦੁਨੀਆ ਦਾ ਇੱਕ ਦੇਸ਼ ਨਹੀਂ ਹੈ ਜਿੱਥੇ ਸਾਡੇ ਹੀ ਬੱਚੇ ਜਿਹੜੇ ਉੱਥੇ ਗਏ ਨੇ ਉਹ ਪ੍ਰੋਟੈਸਟ ਨਹੀਂ ਕਰ ਰਹੇ ਇਸ ਮੂਵਮੈਂਟ ਦੇ ਪੱਖ 'ਚ। ਹਰ ਜਗ੍ਹਾ ਪ੍ਰੋਟੈਸਟ ਹੋ ਰਿਹਾ। ਇਹਨੇ ਕਲਪਨਾ ਨੂੰ ਝੰਜੋੜਿਆ ਸਾਰੇ ਕਿਤੇ। ਇਹਦਾ ਮਤਲਬ ਉਹ ਸਭ ਨੂੰ ਨਜ਼ਰ ਆ ਰਿਹਾ ਕਿ ਹੁਣ ਕੁਝ ਹੋਊਗਾ, ਹੁਣ ਕੁਝ ਬਦਲੂਗਾ। ਜੇ ਇਸ ਮੌਕੇ ਨੂੰ ਵੀ ਹੁੰਝਾ ਦਿੱਤਾ ਗਿਆ, ਪਤਾ ਨਹੀਂ ਕਿੰਨੇ ਚਿਰਾਂ ਬਾਅਦ ਇਹੋ ਜਿਹੀਆਂ ਮੂਵਮੈਂਟਾਂ ਜਨਮ ਲੈਂਦੀਆਂ ਨੇ।
ਮੁੜ ਕੇ ਕਦੋਂ ਉਭਾਰ ਪੈਦਾ ਹੁੰਦਾ ਹੈ। ਇੱਕ ਵਾਰ ਨਿਰਾਸ਼ ਹੋਇਆ ਬੰਦਾ ਬਾਰ-ਬਾਰ ਘੱਟੋ ਘੱਟ ਉਹ ਪੀੜ੍ਹੀ ਦਾ ਤਾਂ ਮੁੜ ਕੇ ਨਹੀਂ ਚੱਲਦਾ, ਫਿਰ ਕੋਈ ਨਵੇਂ ਆਉਂਦੇ ਨੇ ਤਾਂ ਚੱਲ ਪੈਣ ਉਸ ਪੱਧਰ ਦੇ ਉੱਤੇ। ਇਹ ਕਾਫੀ ਵੱਡਾ ਇੱਕ ਸਵਾਲ ਸਾਰੀ ਮੂਵਮੈਂਟ ਦੇ ਸਾਹਮਣੇ ਇਸ ਸਮੇਂ ਹੈ। ਇਹਨੂੰ ਬਣਾਉਣ ਦੇ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਬੰਦੇ ਲੜਾਈ ਲੜ ਰਹੇ ਨੇ ਉਹ ਤਾਂ ਲੜ ਹੀ ਰਹੇ ਨੇ, ਉਹਨਾਂ ਦੀ ਸਪੋਰਟ ਦੇ ਵਜੋਂ ਲੋਕਾਂ 'ਚ ਇਹ ਗੱਲਾਂ ਦਾ ਸੰਵਾਦ ਰਚਾਉਣਾ ਤੇ ਲਗਾਤਾਰ ਲੋਕਾਂ ਦੀ ਸੋਝੀ ਵਿਕਸਿਤ ਕਰਨਾ, ਆਪਦੇ ਕੰਮ ਧੰਦੇ ਛੱਡ ਕੇ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ 'ਚ ਯੋਗਦਾਨ ਪਾਉਣਾ, ਇਹ ਬਹੁਤ ਜ਼ਰੂਰੀ ਹੈ। ਇਹ ਤੋਂ ਬਿਨਾਂ ਨਹੀਂ। ਪੰਜਾਬ ਨੂੰ ਲੱਖਾਂ ਆਗੂ ਚਾਹੀਦੇ ਨੇ, 1 2 117 234 ਇਹਦੇ ਨਾਲ ਕੰਮ ਨਹੀਂ ਚੱਲਦਾ। ਜਦੋਂ ਵੱਡੀਆਂ ਮੂਵਮੈਂਟਾਂ ਹੁੰਦੀਆਂ ਨੇ ਤਾਂ ਹਰ ਬੰਦਾ ਲੀਡਰ ਵਾਂਗ ਵਿਚਰਦਾ ਹੈ। ਪੰਜਾਬ ਲਈ ਹਰ ਬੰਦਾ ਲੀਡਰ ਵਾਂਗ ਵਿਚਰਨਾ ਚਾਹੀਦਾ, ਉਹਨੂੰ ਥੋੜੀ ਜਿਹੀ ਸੋਝੀ ਵੀ ਆਵੇ, ਆਪਣੀ ਗੱਲ ਵੀ ਕਹੇ, ਆਪ ਆਪਣੀ ਜ਼ਿੰਮੇਵਾਰੀ ਲਵੇ। ਮੇਰਾ ਉਨਾ ਹੀ ਰੋਲ ਹੈ ਯਾਰ, ਮੈਂ 10 ਬੰਦਿਆਂ ਨਾਲ ਤਾਂ ਗੱਲ ਕਰਦਾ, ਕੋਈ ਗੱਲ ਨਹੀਂ, ਆਪਾਂ ਇਹਨੂੰ ਇਸ ਲੈਵਲ ਤੇ ਲੈ ਕੇ ਜਾਂਦੇ ਹਾਂ, ਇਸ ਲੈਵਲ ਤੇ ਗੱਲ ਕਰਨੀ ਚਾਹੀਦੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਇਹੋ ਜਿਹੇ ਵੀ ਗੱਲ ਹੁੰਦੀ ਹੈ ਕਿ ਜਥੇਬੰਦੀਆਂ ਕਿਤੇ ਨਹੀਂ ਲੈ ਕੇ ਜਾਣਾ ਜੀ, ਇਹ ਤਾਂ MSPO ਲਈ ਲੜ ਰਹੀਆਂ ਨੇ, ਫਲਾਨਾ ਹੈ ਧਮਕਾ ਹੈ। ਇਹ ਪ੍ਰਚਾਰ ਹਮੇਸ਼ਾ ਹੀ BJP ਕਹਿ ਰਹੀ ਹੈ ਦਲਾਲਾਂ ਲਈ ਨਾਲ ਲੜ ਰਹੀਆਂ ਨੇ ਤੇ ਉਹਦੇ ਲਈ ਲੜ ਰਹੀਆਂ ਨੇ, ਤੇ ਜਿਹੜਾ ਇਹ ਪ੍ਰਚਾਰ ਹੁੰਦਾ ਇਹ ਖਤਰਨਾਕ ਹੁੰਦਾ। ਇਹਦਾ ਮਤਲਬ ਇਹ ਮੂਵਮੈਂਟ ਨੂੰ ਸੱਟ ਮਾਰਨ ਵਾਲਾ ਹੁੰਦਾ, ਇਹ ਪ੍ਰਚਾਰ ਦਾ ਕੋਈ ਮਤਲਬ ਨਹੀਂ ਹੈ। ਤੇ ਉਸੇ ਢੰਗ ਦੇ ਨਾਲ ਮੂਵਮੈਂਟ ਚੱਲੇਗੀ, ਪਰ ਮੂਵਮੈਂਟ ਨੂੰ ਸਪੋਰਟ ਬੇਸ ਉਹਦਾ ਦਾਇਰਾ ਹੇਠਾਂ ਵਧਣਾ ਚਾਹੀਦਾ। ਦਲਿਤ ਵੀ ਕਿਵੇਂ ਆਵੇ, ਵਪਾਰੀ ਕਿਵੇਂ ਆਵੇ, ਬਾਕੀ ਲੋਕ ਉਹਦੇ 'ਚ ਕਿਵੇਂ ਆਉਣ, ਇਹ ਸਿੱਖਿਅਤ, ਤਾਂ ਕਿ ਉੱਥੋਂ ਏਜੰਡਾ ਵੀ ਰਿਲੀਜ਼ ਇਸ ਤਰੀਕੇ ਨਾਲ ਹੁੰਦਾ ਰਹੇ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਇਹਨਾਂ ਮੁੱਦਿਆਂ ਤੇ, ਅਸੀਂ ਵੀ ਤੁਹਾਡੇ ਨਾਲ ਚੱਲਾਂਗੇ, ਅੱਜ ਤੁਸੀਂ ਆਪਾਂ ਇਕੱਠੇ ਹੋਈਏ ਇਸ ਗੱਲ ਦੇ ਉੱਤੇ। ਤੇ ਉਹ ਜਿਹੜਾ ਇੱਕ ਮੁਹਾਵਰਾ ਬਦਲੂਗਾ ਜਦੋਂ, ਤਾਂ ਉਹ ਕੱਲਾ ਬਿੱਲ ਵਾਪਸ ਨਹੀਂ ਕਰੂਗਾ, ਉਹ ਸਿਆਸਤ ਨੂੰ ਵੀ ਬਦਲੂਗਾ, ਉਹ ਸਮਾਜਿਕ ਸਰੋਕਾਰਾਂ ਨੂੰ ਵੀ ਬਦਲੂਗਾ, ਉਹ ਸਮਾਜਿਕ ਬਖਰੇਵਿਆਂ ਨੂੰ ਵੀ ਮਿਟਾਊਗਾ, ਤੇ ਉਹ ਸੱਭਿਆਚਾਰਕ ਚੀਜ਼ਾਂ ਵੀ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਬਦਲੂਗਾ। ਕੋਈ ਮੂਵਮੈਂਟ ਜਦੋਂ ਜਨਮ ਲੈਂਦੀ ਹੈ, ਤੁਸੀਂ ਦੇਖੋ ਕਿ ਅੱਜ ਤੋਂ 40 ਸਾਲ ਦੇ ਨੇੜੇ ਤੇੜੇ ਪਹਿਲਾਂ ਇੱਕ ਬਹੁਤ ਛੋਟਾ ਜਿਹਾ ਹਿੱਸਾ ਇਸ ਦੇਸ਼ ਦਾ, ਪੱਛਮੀ ਬੰਗਾਲ ਦਾ ਇੱਕ ਬਹੁਤ ਛੋਟਾ ਹਿੱਸਾ ਜਿਹੜਾ ਬਹੁਤ ਮਸ਼ਹੂਰ ਹੈ ਨਕਸਲਵਾੜੀ ਦੇ ਨਾਂ ਤੇ। ਸਾਰੇ ਪੰਜਾਬੀਆਂ 'ਚ ਜਿਹੜੇ ਬੰਦੇ ਨੇ, ਜਿੰਨੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੀ, ਬਾਕੀ ਲੋਕ ਵੀ ਸਾਰੇ, ਉਹਦਾ ਬਹੁਤ ਇੱਕ ਛੋਟਾ ਆਗੂ ਉਸ ਸਰਕਾਰ ਦੇ ਵਿੱਚ, ਪਾਰਟੀ ਦੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਸੀ, ਇੱਕ ਹੇਠਲੇ ਪੱਧਰ ਦੇ ਆਗੂ ਨੇ ਕਿਹਾ ਕਿ ਤੁਸੀਂ ਇਹ ਵਾਅਦਾ ਕੀਤਾ ਸੀ ਜ਼ਮੀਨੀ ਸੁਧਾਰਾਂ ਦਾ, ਉਹ ਤੁਸੀਂ ਨਹੀਂ ਕਰ ਰਹੇ, ਅਸੀਂ ਤੁਹਾਡੇ ਤਖਤਾ ਪਲਟ ਲਾਂਗੇ। ਉਹਨੇ ਉੱਥੋਂ ਸੱਦਾ ਦਿੱਤਾ ਹਥਿਆਰਬੰਦ ਇਨਕਲਾਬ ਦਾ, ਤੇ ਉਹ 1 ਸਾਲ ਦੇ ਅੰਦਰ ਅੰਦਰ ਪੂਰੇ ਦੇਸ਼ 'ਚ ਫੈਲ ਗਿਆ। ਉਹ ਕਿਸਾਨ ਮੂਵਮੈਂਟ ਸੀ, ਕੋਈ ਪੋਲੀਟੀਕਲ ਮੂਵਮੈਂਟ ਨਹੀਂ ਹੈ। ਤੇ ਜਿੰਨਾ ਲੋਕਾਂ ਦੇ ਕਲਪਨਾ ਤੇ ਉਹਨੇ ਅਸਰ ਪਾਇਆ, ਯੂਨੀਵਰਸਿਟੀਆਂ ਤੇ, ਕਾਲਜਾਂ ਤੇ, ਨੌਜਵਾਨਾਂ ਤੇ, ਅੱਜ ਤੱਕ ਵੀ ਜੇ ਤੁਸੀਂ ਕਦੇ ਵੱਡੇ ਕਵੀਆਂ ਦਾ ਨਾਮ ਲੈਂਦੇ ਹੋ, ਲੇਖਕਾਂ ਦਾ ਨਾਮ ਲੈਂਦੇ ਹੋ, ਤਾਂ ਉਸੇ ਮੂਵਮੈਂਟ ਦੇ ਵਿੱਚੋਂ ਪੈਦਾ ਹੋਏ ਬੰਦੇ ਲੱਭ ਰਹੇ ਨੇ ਤੁਹਾਡੇ ਸਾਹਮਣੇ। ਤੁਸੀਂ ਪਾਸ ਦਾ ਨਾਮ ਲੈਂਦੇ ਹੋ, ਲਾਲ ਸਿੰਘ ਦਿਲ ਦਾ ਨਾਮ ਲੈਂਦੇ ਹੋ, ਸੰਤਰਾਮ ਉਦਾਸੀ ਦਾ ਨਾਮ ਲੈਂਦੇ ਹੋ, ਸਰਜੀਤ ਪਾਤਰ ਦਾ ਵੀ ਨਾਮ ਲੈਂਦੇ ਹੋ, ਜਿਨ੍ਹਾਂ ਦਾ ਵੀ ਨਾਮ ਲੈਂਦੇ ਹੋ, ਇਹ ਉਸ ਯੁੱਗ ਦੇ ਕਵੀ ਨੇ। ਨਵੇਂ 30 ਸਾਲ 'ਚ ਸਾਡੇ ਕੋਲ ਕੋਈ ਓਡਾ ਬੰਦਾ ਪੈਦਾ ਨਹੀਂ ਹੋਇਆ ਜਿਹਦਾ ਨਾਂ ਲਿਆ ਜਾ ਸਕੇ। ਕਿਆ ਬੰਦੇ ਸਾਡੇ ਕੋਲ ਆਏ ਨਾਂ ਲੈਣ ਵਾਲੇ ਨੇ। ਮੂਵਮੈਂਟਾਂ ਜਰਖੇਜ਼ ਭੂਮੀ ਹੁੰਦੀਆਂ ਨੇ ਰਚਨਾ ਦੀ ਵੀ, ਰਚਨਾਤਮਕ ਚੀਜ਼ਾਂ ਦੀ ਵੀ, ਤੇ ਬਾਕੀ ਚੀਜ਼ਾਂ ਦੇ ਵੀ। ਇਹ ਕਿਸਾਨ ਅੰਦੋਲਨ ਹਥਿਆਰਬੰਦ ਨਹੀਂ ਹੈ। ਸਾਰੀਆਂ ਯੂਨੀਅਨਾਂ ਇਹ ਕਹਿ ਰਹੀਆਂ ਨੇ ਕਿ ਅਸੀਂ ਸ਼ਾਂਤਮਈ ਹਾਂ। ਸਰਕਾਰਾਂ ਤੇ ਏਜੰਸੀਆਂ ਸਾਡੇ ਅੰਦੋਲਨ ਨੂੰ ਹਿੰਸਕ ਰੂਪ ਦੇਣਾ ਚਾਹੁੰਦੀਆਂ ਨੇ, ਕਿਉਂਕਿ ਇਹ ਸਮਝ ਸਭ ਨੂੰ ਆ ਚੁੱਕੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਮਹੂਰੀ ਤਰੀਕੇ ਦਾ ਅੰਦੋਲਨ ਹੀ ਸਾਜ਼ਗਾਰ ਅੰਦੋਲਨ ਹੋ ਸਕਦਾ ਹੈ, ਸਾਰਥਕ ਅੰਦੋਲਨ ਹੋ ਸਕਦਾ ਹੈ। ਸਰਕਾਰਾਂ ਇਹਨੂੰ ਲੀਹ ਤੋਂ ਲਾਹੁਣ ਦੇ ਲਈ ਹਿੰਸਕ ਵਰਤਾਰੇ 'ਚ ਬਦਲ ਸਕਦੀਆਂ ਨੇ, ਤੇ ਜਦੋਂ ਹਿੰਸਾ ਹੁੰਦੀ ਹੈ ਉਦੋਂ ਮੁੰਡੇ ਵੀ ਬਹੁਤੇ ਮਾਰ ਦਿੰਦੀਆਂ ਨੇ ਸਰਕਾਰਾਂ, ਤੇ ਅੱਧੀ ਆਬਾਦੀ ਸਰਕਾਰਾਂ ਨਾਲ ਖੜੀ ਵੀ ਹੋ ਜਾਂਦੀ ਹੈ ਕਿ ਠੀਕ ਕਰ ਰਹੇ ਨੇ ਇਹ ਤਾਂ ਫਿਰ ਗਲਤ ਹੋ ਜਾਊਗਾ, ਇਹ ਤਾਂ ਫਿਰ ਗਦਰ ਪੈ ਜਾਊਗਾ ਜੇ। ਇਹਦਾ ਮਤਲਬ ਇੱਕ ਗੱਲ ਸਮਝ ਆ ਗਈ ਹੈ ਸਾਰੇ ਲੋਕਾਂ ਨੂੰ ਹੁਣ, ਜਿੰਨੀਆਂ ਵੀ ਲੜਾਈ ਲੜ ਰਹੀਆਂ ਧਿਰਾਂ ਨੇ, ਕਿ ਲੜਾਈ ਤਾਂ ਪੀਸਫੁਲ ਹੀ ਚੱਲਣੀ ਹੈ ਔਰ ਸ਼ਾਂਤਮਈ ਚੱਲਣੀ। ਤਾਂ ਸ਼ਾਂਤਮਈ ਵਾਲੀ ਮੂਵਮੈਂਟ ਦਾ ਆਪਣੀ ਇੱਕ ਸਿਆਸਤ ਵੀ ਸ਼ਾਂਤਮਈ ਲੱਭਣੀ ਪੈਣੀ ਹੈ। ਹਥਿਆਰਬੰਦ ਅੰਦੋਲਨ ਦਾ ਸੀ ਉੱਪਰਲੀ ਹੇਠਾਂ ਕਰਨਾ, ਸੱਤਾ ਤੋਂ ਘੜੀਸ ਕੇ ਹੇਠਾਂ ਲਾ ਦੇਣਾ ਤੇ ਸਟੇਟ ਤੇ ਕਬਜ਼ਾ ਕਰਨਾ ਤੇ ਇਨਕਲਾਬ ਕਰ ਦੇਣਾ, ਰੈਗੂਲੇਸ਼ਨ ਕਰਨਾ। ਇਹ ਅੰਦੋਲਨ ਦੀ ਉਹ ਸੁਰ ਨਹੀਂ ਹੈ। ਤਾਂ ਫਿਰ ਕੀ ਹੋਏ? ਉਹ ਕਿਹੜੀ ਚੀਜ਼ ਹੈ ਜਿਹੜੀ ਸਿਆਸਤ ਇਹ ਅੰਦੋਲਨ ਕਰਨਾ ਚਾਹੁੰਦਾ? ਉਹ ਸਿਆਸਤ ਹੈ
ਲੋਕਾਂ ਨੂੰ ਵੱਧ ਤੋਂ ਵੱਧ ਤਾਕਤਵਰ ਮਾਹੌਲ ਸਿਰਜਣਾ ਉਹਨਾਂ ਦੇ ਵਾਸਤੇ। ਉਹ ਤਾਕਤ ਕਿੱਥੇ ਹੈ? ਕੁਝ ਤਾਂ ਬਣੇ ਹੋਏ ਕਾਨੂੰਨਾਂ 'ਚ, ਕੁਝ ਨਵੇਂ ਬਣਾਉਣ ਵਾਲੇ ਕਾਨੂੰਨਾਂ ਦੇ ਵਿੱਚ। ਨਵਾਂ ਜਿਵੇਂ ਗ੍ਰਾਮ ਸਭਾ ਇੱਕ ਤਾਕਤ ਹੈ, ਹਰ ਬੰਦੇ ਦੀ ਬਰਾਬਰ ਦੀ ਵੋਟ ਹੈ। ਜੇ ਉਹ ਸਰਗਰਮ ਹੋ ਜਾਂਦੀ ਹੈ ਹਰ ਕੰਮ 'ਚ, ਪਿੰਡ ਦੇ ਵਿੱਚ, ਹਰ ਕੰਮ 'ਚ, ਏਰੀਏ ਦੇ ਵਿੱਚ, ਪਿੰਡਾਂ ਦੇ ਵਿੱਚ, ਆਲੇ ਦੁਆਲੇ, ਜਦੋਂ ਲੋਕ ਇੰਪਾਵਰ ਫੀਲ ਕਰੂਗਾ, ਉਹਨੂੰ ਸੋਚੀ ਹੋਏਗੀ, ਜਾਣਕਾਰੀ ਹੋਏਗੀ, ਤਾਂ ਉਹ ਆਟੋਮੈਟਿਕਲੀ ਪੋਲੀਟੀਕਲ ਬੰਦਾ ਬਣ ਜਾਊਗਾ ਤੇ ਆਪਣੇ ਆਪ ਹੀ ਸਟੇਟ ਦੇ ਵਿੱਚ ਹਿੱਸੇਦਾਰ ਵੀ ਮਹਿਸੂਸ ਕਰਾਏਗਾ ਉਸ ਪੱਧਰ ਦੇ ਉੱਤੇ। ਮੈਨੂੰ ਨਹੀਂ ਪਤਾ ਕਿੰਨੇ ਪੰਚਾਇਤਾਂ ਨੂੰ, ਜਾਂ ਤੁਹਾਨੂੰ ਪਤਾ ਹੈ, ਆਬਾਦੀ ਦੇ ਲਿਹਾਜ਼ ਨਾਲ 15ਵੇਂ ਫਾਈਨਾਂਸ ਕਮਿਸ਼ਨ ਦੇ ਮੁਤਾਬਕ ਪਰ ਹੈਡ ਪ੍ਰਤੀ ਵਿਅਕਤੀ 600 ਰੁਪਇਆ ਪੰਚਾਇਤ ਦੇ ਖਾਤੇ 'ਚ ਆਉਣਾ ਹੈ ਐਤਕੀ ਦੇ ਸਾਲ 'ਚ। ਪਰ ਪੰਚ ਸਾਰੇ ਤੁਰੇ ਫਿਰਦੇ ਨੇ ਹਲਕਾ ਇੰਚਾਰਜ ਦੇ, ਬਾਕੀ ਦੇ, ਕਿਸੇ ਦੇ ਹੱਥ ਜੋੜਦੇ ਕਿ ਸਾਨੂੰ ਆਵੇ ਜੀ, ਸਾਨੂੰ ਆਵੇ। ਤੇ ਕਿਉਂ ਨਹੀਂ ਆਇਆ? ਜੇ ਉਹ 3 ਦਿਨ ਵੀ ਲੇਟ ਹੋ ਜੇ ਤਾਂ ਤੀਜੇ ਦਿਨ ਤੋਂ 48 ਘੰਟੇ ਤੋਂ ਹੀ ਤੀਜਾ ਦਿਨ ਵੀ ਛੱਡੋ, 15% ਵਿਆਜ ਸਮੇਤ ਲੈਣਾ ਪਿੰਡ ਦਾ ਹੱਕ ਹੈ। ਔਰ ਮੈਨੂੰ ਪਤਾ ਕਿ ਪਿੰਡਾਂ ਨੂੰ 3 ਸਾਲ ਤੋਂ ਵੀ ਨਹੀਂ ਮਿਲੇ ਕਈ ਪੈਸੇ। ਵਿਆਜ ਤਾਂ ਦੂਰ ਹੈ, ਅਸੀਂ ਹੱਥ ਜੋੜ ਕੇ ਖੜਦੇ ਹਾਂ ਤੇ ਸਾਨੂੰ ਪਤਾ ਨਹੀਂ ਹੈ ਕਿ ਅਸੀਂ ਕੀ ਕਰ ਸਕਦੇ ਹਾਂ। ਇਹਨੂੰ ਕਹਿੰਦੇ ਨੇ ਕਿ ਲੋਕ ਰਹਿੰਦੇ ਹੋਏ ਵੀ ਇੰਪਾਵਰਡ ਨਹੀਂ ਹੈ। ਤੁਹਾਡੇ ਕੋਲ ਕਾਨੂੰਨ ਹੈ, ਤੁਹਾਨੂੰ ਚੀਜ਼ ਬਣੀ ਹੋਈ ਮਿਲੀ ਹੈ, ਤੇ ਫਿਰ ਵੀ ਉਹਦੇ ਲਈ ਤੁਸੀਂ ਸਿੱਖਿਅਤ ਨਹੀਂ ਬੰਦੇ ਜਿਹੜੇ ਹੁੰਦੇ ਤਾਂ ਉਹਦੇ ਲਈ ਉਹ ਲੜ ਨਹੀਂ ਸਕਦੇ, ਆਪਣੇ ਹੱਕ ਲਈ ਲੜ ਨਹੀਂ ਸਕਦੇ। ਜਾਗਰੂਕ ਬੰਦਾ ਲੜਦਾ ਨਾ, ਦੂਜੇ ਬੰਦੇ ਤੋਂ ਲੜਿਆ ਨਹੀਂ ਜਾਂਦਾ। ਇੱਕ ਇਹ ਇੰਪਾਵਰਮੈਂਟ ਦਾ ਸਵਾਲ ਹੈ। ਤੇ ਹੋਰ ਵੱਧ ਤੋਂ ਵੱਧ ਕਿਵੇਂ ਲੋਕਾਂ ਨੂੰ ਤਾਕਤ ਮਿਲ ਸਕਦੀ ਹੈ, ਇਹ ਹੈ। ਦੂਜਾ ਸਵਾਲ ਇਹ ਹੈ ਕਿ ਤਾਕਤ ਕਿਹਦੇ ਕੋਲ ਵੰਡੀ ਜਾਵੇ। ਸਾਡੀ ਸੂਬੇ ਦੀ ਸਰਕਾਰ ਕੋਲ ਕਿੰਨੀ ਤਾਕਤ ਹੋਣੀ ਚਾਹੀਦੀ ਹੈ, ਜਿਹੜੀ ਦੇਸ਼ ਦੀ ਸਰਕਾਰ ਚੁਣਦੇ ਆ ਉਹਦੇ ਕੋਲ ਕਿੰਨੀ ਤਾਕਤ ਹੋਣੀ ਚਾਹੀਦੀ ਹੈ। ਇਹ ਸ਼ੁਰੂ ਤੋਂ ਹੀ ਵਿਵਾਦ ਦਾ ਵਿਸ਼ਾ ਰਿਹਾ। ਹੁਣ ਇਹਦੀ ਤਾਕਤ ਘਟਾਈ ਜਾ ਰਹੀ ਹੈ ਸਾਡੇ ਸੂਬੇ ਦੀ, ਉਹ ਘਟਾਈ ਜਾ ਰਹੀ ਹੈ ਤਾਂ ਇਹਦਾ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੈ। ਕਿਉਂਕਿ ਐਡੇ ਵੱਡੇ ਦੇਸ਼ 'ਚ ਇਹਦੇ 'ਚ ਇੰਨੀਆਂ ਵੰਨ-ਸੁਵੰਨਤਾਵਾਂ ਨੇ, ਵਿਭਿੰਨਤਾਵਾਂ ਨੇ, ਬੋਲੀਆਂ ਅਲੱਗ ਨੇ, ਸੱਭਿਆਚਾਰ ਅਲੱਗ ਨੇ, ਇਤਿਹਾਸ ਅਲੱਗ ਨੇ, ਪਹਿਰਾਵੇ ਅਲੱਗ ਨੇ, ਖਾਣ ਪੀਣ ਦੇ ਸਿਸਟਮ ਅਲੱਗ ਨੇ। ਉਹਨੂੰ ਤੁਸੀਂ ਇੱਕ ਤਰੀਕੇ ਨਾਲ ਕਿਵੇਂ ਚਲਾ ਸਕਦੇ ਹੋ ਸਾਰੇ ਦੇਸ਼? ਇਹਦੇ ਕਰਕੇ ਇਹ ਜ਼ਰੂਰੀ ਹੈ, ਇਹਦੇ ਕਰਕੇ ਸਭ ਤੋਂ ਜ਼ਿਆਦਾ ਵੱਧ ਅਧਿਕਾਰ ਸੂਬਿਆਂ ਦੇ ਕੋਲ ਹੋਣੇ ਚਾਹੀਦੇ ਨੇ। ਦੂਜਾ ਇਹਦੇ ਨਾਲ ਫਾਇਦਾ ਇਹ ਵੀ ਹੁੰਦਾ ਹੈ ਕਿ ਜਿਹੜੇ ਉਹ ਅਧਿਕਾਰ ਨੇ ਉਹਨਾਂ ਤੇ ਇੱਥੇ ਜੇ ਜਦੋਜਹਿਦ ਹੁੰਦੀ ਹੈ ਤਾਂ ਇਹਦਾ ਅਸਰ ਵੀ ਸੌਖਾ ਪੈ ਸਕਦਾ ਸੂਬੇ ਦੀ ਸਰਕਾਰ ਤੇ। ਪੰਜਾਬ ਦੀਆਂ ਜਥੇਬੰਦੀਆਂ ਲੜੀ ਜਾਣ, ਦਿੱਲੀ ਤੱਕ ਤਾਂ ਆਵਾਜ਼ ਪਹੁੰਚਦੀ, ਉਹ ਪੁਰਾਣੀ ਹੋ ਜਾਂਦੀ ਹੈ ਤੇ ਪੁੱਛਦਾ ਹੀ ਨਹੀਂ। ਉਹ ਕਹਿੰਦੇ ਨੇ ਤੁਹਾਡੇ 13 MP ਨੇ ਕੀ ਕਰਨਗੇ ਜੀ, ਕਰ ਲੈਣ ਜੋ ਕਰਦੇ ਨੇ, ਸਾਨੂੰ ਤਾਂ ਤੁਹਾਡੀ ਲੋੜ ਹੀ ਨਹੀਂ। ਤਾਂ ਗੱਲ ਸੁਣੀ ਨਹੀਂ ਜਾਂਦੀ ਉਸ ਪੱਧਰ ਦੇ ਉੱਤੇ। ਇਸ ਕਰਕੇ ਜ਼ਰੂਰੀ ਹੈ। ਤੀਜੀ ਗੱਲ ਇਹ ਹੈ ਕਿ ਜੇ ਸਾਡੀ ਖੇਤੀ ਨੇ ਵਧਣਾ ਹੈ, ਸਾਡੇ ਰੁਜ਼ਗਾਰ ਪੈਦਾ ਹੋਣਾ ਹੈ, ਅੱਜ ਦੇ ਲਿਹਾਜ਼ ਦੇ ਮੁਤਾਬਕ ਇਹ ਬਹੁਤ ਜ਼ਰੂਰੀ ਹੈ ਕਿ ਤਿੰਨੋਂ ਬਾਰਡਰ ਖੋਲ੍ਹਣ ਦੀ ਮੂਵਮੈਂਟ, ਇੱਕ ਪੀਸਫੁਲ ਮੂਵਮੈਂਟ ਇਹਦੇ ਨਾਲ ਜੁੜ ਕੇ ਪੰਜਾਬ ਦੀ ਧਰਤੀ ਤੇ ਪੈਦਾ ਹੋਵੇ। ਉਹ ਹੈ ਸਾਦਕੀ ਸੁਲੇਮਾਨ ਕੀ ਇੱਧਰ ਫਾਜ਼ਿਲਕਾ ਦੇ ਨੇੜੇ ਹੈ, ਹੁਸੈਨੀ ਵਾਲਾ ਬਾਰਡਰ ਫਿਰੋਜ਼ਪੁਰ ਹੈ, ਤੇ ਵਾਹਗਾ ਬਾਰਡਰ ਅੰਮ੍ਰਿਤਸਰ ਦੇ ਵਿੱਚ। ਇਸ ਸਮੇਂ ਅੱਜ ਦੀ ਘੜੀ ਪਾਕਿਸਤਾਨ 'ਚ 40 ਰੁਪਏ ਕਿਲੋ ਕਣਕ ਦਾ ਆਟਾ ਵਿਕ ਰਿਹਾ, 120 ਰੁਪਏ ਕਿਲੋ ਪਿਆਜ਼ ਵਿਕ ਰਿਹਾ। ਤੇ ਕਣਕ ਇੱਥੋਂ ਤਾਂ ਜਦ ਮਰਜ਼ੀ ਭੇਜ ਦੋ ਨਾ, ਪਾਕਿਸਤਾਨ ਤਾਂ ਟਰਾਲੀ 'ਚ ਵੀ ਛੱਡੀ ਜਾ ਸਕਦੀ ਹੈ, ਕੋਈ ਬਾਹਲੀ ਦੂਰ ਹੈ ਨਹੀਂ। ਕਈ ਲੋਕਾਂ ਨੂੰ ਤਾਂ ਅੰਮ੍ਰਿਤਸਰ ਦੂਰ ਹੈ, ਲਾਹੌਰ ਨੇੜੇ ਹੈ। ਲੋਕ ਪੱਖ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦਬਾਓ।